ਦੀਆਂ ਖਾਸ ਖਬਰਾਂ ਤੇ। ਪਾਕਿਸਤਾਨ ਸਥਿਤ ਸਾਕਾ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਨੂੰ ਜੱਥਾ ਰਵਾਨਾ ਹੋ ਗਿਆ, ਜਿਹੜਾ ਗੁਰੂ ਘਰਾਂ ਦੇ ਦਰਸ਼ਨ ਕਰੇਗਾ। ਇਸ ਖਾਸ ਮੌਕੇ ਤੇ ਐਸਜੀਪੀਸੀ ਸੰਗਤਾਂ ਦੇ ਗੱਲਾਂ ਦੇ ਵਿੱਚ ਹਾਰ ਪਾ ਕੇ ਸਨਮਾਨ ਦਿੱਤਾ ਗਿਆ। ਇਸ ਖਾਸ ਮੌਕੇ ਤੇ ਬੋਲਦਿਆਂ ਪ੍ਰਧਾਨ ਸਾਹਿਬ ਨੇ ਕਿਹਾ कि इस बार 157 श्रद्धालुओं के पासपोर्ट भेजे गए सन, पर पाकिस्तानी हुकूमत ने सिर्फ 117 श्रद्धालुओं ही वीजा दिता। सो अज श्रोमणी गुरुद्वारा प्रबंध कमेटी वालों और एक जत्था जिहड़ा सी साका ननकाना साहब, साका पंजा साहब, जो साका पंजा साहब जी का सिख इतिहास में बहुत बड़ा नाम है, और 100 साला शताब्दी जिहड़ी है ਇਹ ਪੰਜਾ ਸਾਹਿਬ ਦਾ ਜਿਹੜਾ ਸ਼ਹੀਦੀ ਸਾਕਾ ਹੈ ਉਹਨੂੰ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੱਲ੍ਹ ਵੀ ਇੱਥੇ ਬਹੁਤ ਵੱਡਾ ਸਮਾਗਮ ਕੀਤਾ ਗਿਆ ਗੁਰਦੁਆਰਾ ਮੰਜੀ ਸਾਹਿਬ ਵਿਖੇ। ਸੋ ਅੱਜ ਸਾਰੇ ਇਹ ਜਿਹੜੇ ਸਾਡਾ ਜਥਾ ਹੈਗਾ ਔਰ ਇਹ ਪੰਜਾ ਸਾਹਿਬ ਨੂੰ ਰਵਾਨਾ ਹੋ ਰਿਹਾ ਹੈਗਾ, ਕਿਉਂਕਿ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ 157 ਸਿੰਘਾਂ ਦੇ ਨਾਂ ਦਿੱਤੇ ਗਏ ਸੀ, ਪਾਸਪੋਰਟ ਭਾਰਤ ਸਰਕਾਰ ਨੂੰ ਭੇਜੇ ਗਏ ਸੀ, ਲੇਕਿਨ ਉਹਨੇ ਕਾਫੀ ਇਹਦੇ ਵਿੱਚੋਂ ਨਾਂ ਕੱਟ ਦਿੱਤੇ ਨੇ। ਸੋ ਅੱਜ ਸਿਰਫ 117 ਬੰਦਿਆਂ ਦਾ ਜਥਾ ਜਿਹੜਾ ਸੀ ਸਾਡਾ ਇੱਥੋਂ ਰਵਾਨਾ ਹੋਣਾ, ਔਰ 2 ਦਿਨ ਅਸੀਂ ਜਿਹੜਾ ਪੰਜਾ ਸਾਹਿਬ ਜਿਹੜੀ ਸ਼ਤਾਬਦੀ 100 ਸਾਲਾ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਹੈ ਸਾਕਾ ਨਨਕਾਣਾ ਸਾਹਿਬ ਦੀ, ਸਾਕਾ ਪੰਜਾ ਸਾਹਿਬ ਦੀ, ਔਰ ਉਹਦੇ ਸੰਬੰਧ ਵਿੱਚ ਅਸੀਂ ਅੱਜ ਸਾਰੇ ਜਾ ਰਹੇ ਹਾਂ ਕਿ ਉੱਥੇ ਪੰਜਾ ਸਾਹਿਬ ਰਹਾਂਗੇ ਤੇ 1 ਤਰੀਕ ਨੂੰ ਸਾਰਾ ਵਾਪਸ ਆਵਾਂਗੇ। ਉਸ ਤੋਂ ਬਾਅਦ ਗੁਰਦੁਆਰਾ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਸਥਾਨ ਹੈ, ਉੱਥੇ ਵੀ ਦਰਸ਼ਨ ਕਰਨੇ ਨੇ, ਡੇਰਾ ਸਾਹਿਬ ਵੀ ਜਾਣਾ। ਸੋ ਇਸ ਤਹਿਤ ਸਾਰਾ ਅੱਜ ਸਾਡਾ ਇਹ ਜਥਾ ਇੱਥੋਂ ਰਵਾਨਾ ਹੋਇਆ। ਅਸੀਂ ਗੱਲਬਾਤ ਕਰ ਰਹੇ ਹਾਂ ਸ਼ਰਧਾਲੂਆਂ ਦੇ ਨਾਲ, ਜਿਹੜੇ ਜਥੇ ਹੀ ਨੇ ਉਹ ਪੂਰੇ ਨਹੀਂ ਹੋ ਰਹੇ, ਕਿਸੇ ਜਿਹਦੇ ਕਹਿੰਦੇ ਤਬਲਚੀ ਜਿਹੜੇ ਨੇ ਉਹ ਵੀ ਪੂਰੇ ਨਹੀਂ, ਜਥਾ ਨਹੀਂ ਪੂਰਾ ਹੋ ਰਿਹਾ, ਰਾਗੀ ਨਹੀਂ ਪੂਰੇ ਹੋ ਰਹੇ, ਤਾਂ ਇਸ ਤਰ੍ਹਾਂ ਦੇ ਨਾਲ ਤੇ ਫਿਰ ਜਥਾ ਵੀ ਪ੍ਰਭਾਵਿਤ ਜਿਹੜਾ ਹੋ ਰਿਹਾ ਜੀ। ਕੀ ਬਿਲਕੁਲ, ਦੇਖੋ ਇਹ ਤਾਂ ਬੜੇ ਅਫਸੋਸ ਦੀ ਗੱਲ ਹੈ, ਸਰਕਾਰ ਦੀ ਮਨਸ਼ਾ ਬਹੁਤ ਮਾੜੀ ਹੈ ਇਸ ਕਰਕੇ ਸਾਡੇ ਕਈਆਂ ਦੇ ਨਾਂ ਕੱਟ ਦਿੱਤੇ ਨੇ, ਰਾਗੀ ਸਿੰਘਾਂ ਦੇ ਨਾਂ ਕੱਟੇ ਗਏ, ਗ੍ਰੰਥੀਆਂ ਦੇ ਕੱਟੇ ਗਏ, ਹੋਰ ਸਾਡੇ ਸਕੱਤਰ ਸਾਹਿਬ ਜੀ ਹੋਰ ਮੁਲਾਜ਼ਮ ਸੀ ਜਿਹੜੇ ਉਹਨਾਂ ਦੇ ਨਾਂ ਵੀ ਕੱਟੇ ਨੇ। ਬਹੁਤ ਅਫਸੋਸ ਦੀ ਗੱਲ ਹੈ। ਅਸੀਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਜਿਵੇਂ ਦੇਖੋ ਡੇਰਾ ਆਪਣਾ ਕਰਤਾਰਪੁਰ ਸਾਹਿਬ ਜਦੋਂ ਆਨਲਾਈਨ ਅਸੀਂ ਦਰਸ਼ਨ ਕਰਨ ਜਾਂਦੇ ਹਾਂ, ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਬਣਾਇਆ ਜਾਵੇ ਕਿ ਆਨਲਾਈਨ ਹੀ ਸਾਨੂੰ ਇਜਾਜ਼ਤ ਦਿੱਤੀ ਜਾਵੇ। ਅਸੀਂ ਭਾਵੇਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਹੋਏ ਗੁਰੂ ਨਾਨਕ ਦੇਵ ਉੱਥੇ ਜਾਵੇ, ਡੇਰਾ ਸਾਹਿਬ ਪੰਜਾ ਸਾਹਿਬ ਜਿੱਥੇ ਵੀ ਸੰਗਤ ਜਾਣਾ ਚਾਹੁੰਦੀ ਹੈ। ਸਾਡੇ ਕਾਫੀ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ, ਔਰ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਸਾਨੂੰ ਆਨਲਾਈਨ ਜਿਹੜਾ ਇਜਾਜ਼ਤ ਦਿੱਤੀ ਜਾਵੇ। ਜੀ ਵਾਹਿਗੁਰੂ ਜੀ। सतगुर आगे शीस भेट दिओ, जे सतगुर साचे भावै, ऐसा सतगुर जे मिले तिसनों सिर सौंपीए विचों आप जाए। ऐसे दीन दयाल सतगुरु सच्चे पातशाह महाराज दे दसे होए मार्ग ते ਆਪਾਂ ਨਿਸ਼ਾਵਰ ਕਰਨ ਵਾਲੇ ਉਹ ਸੂਰਬੀਰ ਯੋਧੇ ਜਿਨ੍ਹਾਂ ਨੇ ਕਦੇ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਤੇ ਸ਼ਹਾਦਤਾਂ ਦੇਣੀਆਂ ਪਈਆਂ, ਨਾਲ ਸਜ਼ਾਵਾਂ ਕੱਟਣੀਆਂ ਪਈਆਂ, ਜੇਲ੍ਹਾਂ ਵਿੱਚ ਬੰਦ ਰਹਿਣਾ ਪਿਆ, ਤੇ ਉਸੇ ਸਮੇਂ ਦੌਰਾਨ ਗੁਰੂ ਕੇ ਲਾਲਾਂ ਨੂੰ ਜੋ ਇੱਕ ਰੇਲ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ ਸਮੇਂ ਦੀ ਹਕੂਮਤ ਵੱਲੋਂ, ਤੇ ਸਿੰਘਾਂ ਨੇ ਬੇਨਤੀ ਕੀਤੀ ਟੀਡੀ ਨੂੰ, ਭਾਈ ਇਹਨਾਂ ਨੂੰ ਜਲ ਪਾਣੀ ਛਕਾਉਣ ਵਾਸਤੇ ਸਾਨੂੰ 5-10 ਮਿੰਟ ਦਾ ਸਮਾਂ ਦਿੱਤਾ ਜਾਵੇ। ਪਰ ਉਹਨਾਂ ਨੇ ਕਿਹਾ 5-10 ਮਿੰਟ ਦੂਰ ਦੀ ਗੱਲ, 1 ਮਿੰਟ ਵੀ ਗੱਡੀ ਰੋਕ ਨਹੀਂ ਸਕਦੀ, ਸਾਨੂੰ ਸਰਕਾਰ ਦਾ ਹੁਕਮ ਆ। ਉਸ ਵੇਲੇ ਉਹ ਗੁਰੂ ਕੇ ਮਹਾਨ ਸੂਰਬੀਰ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਪਿਆਰੇ ਸਿੱਖ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਜੋ ਜਥੇ ਦੇ ਮੁਖੀ ਸਨ, ਉਹਨਾਂ ਨੇ ਉਸ ਚੱਲਦੀ ਰੇਲ ਦੇ ਅੱਗੇ ਬੈਠ ਕੇ ਤੇ ਉਸ ਇੰਜਣ ਨੂੰ ਰੇਲ ਨੂੰ ਰੋਕਿਆ ਤੇ ਸੰਗਤਾਂ ਨੇ ਉਹਨਾਂ ਬੰਦੀ ਸਿੰਘਾਂ ਨੂੰ ਜਲ ਪਾਣੀ ਛਕਾਇਆ। ਅੱਜ ਵੀ ਬੰਦੀ ਸਿੰਘ ਜਿਹੜੇ ਆ ਸਮੇਂ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਆ, ਪਰ ਸਾਡੇ ਭਾਰਤ ਸਰਕਾਰ ਦਾ ਇਸ ਗੱਲ ਵੱਲ ਖਿਆਲ ਨਹੀਂ, ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ। ਜਿਵੇਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਹੈ ਕਿ ਉਪਦੇਸ਼ ਚਹੁੰ ਵਰਨਾ ਕੋ ਸਾਂਝਾ, ਇਸੇ ਤਰ੍ਹਾਂ ਕਾਨੂੰਨ ਵੀ ਜਿਹੜਾ ਉਹ ਸਾਰੇ ਦੇਸ਼ ਵਾਸੀਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ। ਇਹ ਨਹੀਂ ਕਿ ਸਿੱਖਾਂ ਵਾਸਤੇ ਜਾਂ ਘੱਟ ਗਿਣਤੀਆਂ ਵਾਸਤੇ ਵੱਖਰਾ ਹੋਵੇ। ਉਹ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਅਤੇ ਹਰ ਇੱਕ ਧਰਮ ਜਿਹੜਾ ਇਹ ਹਰ ਇੱਕ ਜਿਹੜੀ ਘੱਟ ਗਿਣਤੀ ਕੌਮ ਹੈ ਉਹਨੂੰ ਸੁਰੱਖਿਅਤ ਉਹਦੀ ਯਕੀਨੀ ਬਣਾਈ ਜਾਵੇ। ਸੋ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਨਤਮਸਤਕ ਹੋਣ ਵਾਸਤੇ, ਉਹਨਾਂ ਦੀ ਸ਼ਤਾਬਦੀ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ, ਜਿਸ ਦੀ ਅਗਵਾਈ ਮਾਨਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਸ਼ੇਸ਼ ਤੌਰ 'ਤੇ ਇਹਨਾਂ ਸਮਾਗਮਾਂ 'ਚ ਸ਼ਿਰਕਤ ਕਰਨਗੇ। ਹੋਰ ਉੱਚ ਕੋਟੀ ਦੇ ਗੁਣੀ ਗਿਆਨੀ ਵਿਦਵਾਨ ਜਨ ਰਾਗੀ ਢਾਡੀ ਜਿਹੜੇ ਪਹੁੰਚ ਰਹੇ ਹਨ। ਸੋ ਐਸੇ ਮਹਾਨ ਸ਼ਹੀਦੀ ਦਿਹਾੜੇ 'ਤੇ ਉਹਨਾਂ ਸੂਰਬੀਰ ਯੋਧਿਆਂ ਨੂੰ ਕੋਟਾਨ ਕੋਟ ਪ੍ਰਣਾਮ
ਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਾਂ ਵੀ ਆਪਣੇ ਘਰਾਂ ਅੰਦਰ ਦੇਸ਼ ਵਿਦੇਸ਼ਾਂ ਅੰਦਰ ਜਿਹੜੇ ਪੰਜਾ ਸਾਹਿਬ ਨਹੀਂ ਜਾ ਸਕਦੇ ਉਹ ਆਪਣੇ ਘਰਾਂ ਅੰਦਰ ਆਪਣੇ ਹਿਰਦੇ ਘਰਾਂ ਅੰਦਰ ਚੌਪਈ ਸਾਹਿਬ ਦੇ ਪਾਠ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਜਾਂ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਉਹਨਾਂ ਸੂਰਬੀਰ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕੀਏ, ਯਾਦ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈਟੀ ਆਪਣੀ ਪਤਨੀ ਮਾਨਾ ਸ਼ੈਟੀ ਨਾਲ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਉਹਨਾਂ ਸ਼ਾਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸੁਨੀਲ ਸ਼ੈਟੀ ਨੇ ਕਿਹਾ ਕਿ ਉਹ ਪਰਿਵਾਰ ਸਮੇਤ ਦਰਸ਼ਨ ਕਰਨ ਲਈ ਆਏ ਹਨ ਤੇ ਇੱਥੇ ਆ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ। ਉਹ ਸੁੱਖ ਸ਼ਾਂਤੀ ਲਈ ਅਰਦਾਸ ਕਰਨ ਲਈ ਆਏ ਹਨ। ਮਹਿਲਾਵਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਮਹਿਲਾਵਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੂਮਨ ਵੈਲਫੇਅਰ ਟਰਸਟ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ 골ਡ ਮੈਡਲ ਪ੍ਰਾਪਤ ਕਰਨ ਵਾਲੀ ਤਾਨੀਆ ਮੱਟੂ ਨੇ ਅੱਜ ਦੁਆਬਾ ਗਰੁੱਪ ਵਿਖੇ ਸਨਮਾਨਿਤ ਕੀਤਾ ਗਿਆ। ਦੁਆਬਾ ਖਾਲਸਾ ਟਰਸਟ ਅਤੇ ਦਿਸ਼ਾ ਵੂਮਨ ਵੈਲਫੇਅਰ ਟਰਸਟ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਤਾਨੀਆ ਮੱਟੂ ਨੂੰ ਇੱਕ ਸਰਟੀਫਿਕੇਟ, ਟਰੈਕ ਸੂਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਪ੍ਰੋਗਰਾਮ ਦੇ ਦੌਰਾਨ ਦੁਆਬਾ ਗਰੁੱਪ ਤੋਂ ਪ੍ਰਿੰਸੀਪਲ ਸੰਦੀਪ ਸ਼ਰਮਾ ਵੱਲੋਂ ਤਾਨੀਆ ਮੱਟੂ ਦੀ ਪੜ੍ਹਾਈ ਅਤੇ ਖੇਡ ਦਾ ਖਰਚਾ ਚੁੱਕਣ ਦਾ ਐਲਾਨ ਮੌਕੇ ਤੇ ਹੀ ਕਰ ਦਿੱਤਾ ਗਿਆ, ਜਦੋਂ ਕਿ ਦਿਸ਼ਾ ਟਰਸਟ ਵੱਲੋਂ ਤਾਨੀਆ ਮੱਟੂ ਨੂੰ ਆਪਣੀ ਸਿਹਤ ਸੰਭਾਲ ਲਈ 1000 ਰੁਪਏ ਮਹੀਨਾਵਾਰ ਮਦਦ ਦੇਣ ਦਾ ਐਲਾਨ ਕੀਤਾ ਗਿਆ। ਹਾਂ ਬੇਟੇ, ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਹਾਡੇ ਮਨ ਵਿੱਚ ਖੇਡਾਂ ਵਾਸਤੇ ਕਿੱਦਾਂ ਆਇਆ? ਸਰ ਮੈਂ ਇੱਦਾਂ ਹੀ ਰਨਿੰਗ ਵਗੈਰਾ ਕਰਨ ਜਾਂਦੀ ਸੀਗੀ ਗਰਾਊਂਡ, ਉੱਥੇ ਮੈਂ ਦੇਖਦੀ ਸੀਗੀ ਇੱਦਾਂ ਬੱਚੇ ਖੇਲਦੇ ਸੀਗੇ ਹੈਂਡਬੋਲ। ਉੱਦਾਂ ਉੱਥੇ ਇੱਕ ਕੋਚ ਹੈ ਸਰ ਹਰਵਿੰਦਰ ਸਰ, ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ। ਮੈਂ ਇੱਦਾਂ ਹੀ ਖੇਲਣ ਲੱਗ ਗਈ। ਕਿਹੜੀ ਕਲਾਸ ਤੋਂ ਬੇਟੇ ਗੇਮ ਸ਼ੁਰੂ ਕੀਤੀ ਸੀਗੀ? ਮੈਮ ਮੈਂ 9th ਤੋਂ ਕੀਤੀ ਸੀ। ਅੱਛਾ, ਮਤਲਬ ਬਹੁਤ ਵਧੀਆ ਤੁਸੀਂ ਐਫਰਟ ਕੀਤਾ ਕਿ ਤੁਸੀਂ 2 ਸਾਲ ਵਿੱਚ ਹੀ ਗੇਮ ਨੂੰ ਤੁਸੀਂ ਇੰਨਾ ਕੁ ਮਤਲਬ ਹਾਈ ਲੈਵਲ ਤੇ ਰਹਿ ਗਏ। ਮਤਲਬ ਤੁਸੀਂ ਮੈਨੂੰ ਲੱਗਦਾ ਦਿਨ ਰਾਤ ਮਿਹਨਤ ਕੀਤੀ ਹੈ। ਯੈਸ ਮੈਮ। ਚਲੋ ਠੀਕ ਹੈ ਬੇਟੇ, ਥੈਂਕ ਯੂ। ਮੈਡਮ ਦਿਸ਼ਾ ਟਰਸਟ ਦੇ ਬਾਰੇ ਤੁਸੀਂ ਬਾਖੂਬੀ ਨਾਲ ਜੁੜੇ ਹੋਏ ਆ, ਪਿਛਲੇ ਲੰਬੇ ਤੋਂ ਸਮੇਂ ਤੋਂ ਜਾਣਦੇ ਹੋ, ਤੁਹਾਨੂੰ ਪਤਾ ਹੈ ਕਿ ਦਿਸ਼ਾ ਟਰਸਟ ਕੀ ਕੰਮ ਕਰ ਰਿਹਾ। ਪਰ ਮੇਰੀ ਹਮੇਸ਼ਾ ਇੱਕੋ ਹੀ ਸੋਚ ਰਹੀ ਹੈ ਕਿ ਅਸੀਂ ਹਮੇਸ਼ਾ ਹੈਗਾ ਜਿਹੜਾ ਕਹਿੰਦੇ ਹੈਗੇ ਕਿ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਤੇ ਕੁੱਖਾਂ ਦੇ ਵਿੱਚੋਂ ਧੀਆਂ, ਜੇਕਰ ਇਹ ਦੋਨੋਂ ਖਤਮ ਹੋ ਗਏ ਨਾ, ਫਿਰ ਅਸੀਂ ਇਹ ਸਮਝ ਲਈਏ ਵੀ ਜਿਹੜੀ ਸਾਡੀ ਪੂਰੀ ਲਾਈਫ ਆ ਉਹ ਖਤਮ ਹੈ, ਜ਼ਿੰਦਗੀ ਦੀ ਕਹਾਣੀ ਖਤਮ ਹੈ। ਕਿਉਂਕਿ ਔਰਤ ਦੇ ਨਾਲ ਸੰਸਾਰ ਹੈ ਤੇ ਔਰਤ ਨੇ ਹੀ ਇਸ ਸੰਸਾਰ ਨੂੰ ਅੱਗੇ ਲੈ ਕੇ ਜਾਣਾ। ਠੀਕ ਹੈ ਕਿ ਆਦਮੀ ਅਤੇ ਔਰਤ ਇੱਕ ਪਹੀਏ ਦੇ 2 ਪਹਿਲੂ ਨੇ, ਦੋਨਾਂ ਦਾ ਇਕੱਠਾ ਚੱਲਣਾ ਲਾਜ਼ਮੀ ਹੈ, ਲੇਕਿਨ ਔਰਤ ਨੂੰ ਆਪਣੀਆਂ ਜਿਹੜੀ ਇੰਟਰਨਲ ਪਾਵਰ ਹੈ ਉਸ ਨੂੰ ਪਹਿਚਾਨਣ ਦੀ ਬਹੁਤ, ਅੱਜ ਵੀ ਬੇਸ਼ੱਕ ਅਸੀਂ ਬਹੁਤ ਅੱਗੇ ਆ ਗਏ ਹਾਂ, ਅੱਜ ਵੀ ਤੁਸੀਂ ਦੇਖ ਲਿਓ ਵੀ ਜਿਹੜੀਆਂ ਮਹਿਲਾਵਾਂ ਹੈਗੀਆਂ ਨੇ ਬਹੁਤ ਵੱਡੇ ਕੱਲ੍ਹ ਹੀ ਤੁਸੀਂ ਸੁਣ ਰਹੇ ਹੋਵੋਗੇ ਮਨੀਸ਼ਾ ਗੁਲਾਟੀ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ। ਉੱਥੇ ਮੈਨੂੰ ਦੁੱਖ ਵੀ ਹੋਇਆ ਅਤੇ ਮੈਂ ਇੱਥੇ ਇਹ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਲਾਅ ਦੀ ਵਿਦਿਆਰਥਣ 4th ਈਅਰ ਉਸਦਾ, ਔਰ ਉਹ ਲੜਕੀ ਆਪਣੀ ਕੰਪਲੇਂਟ ਕਾਨੂੰਨ ਦੇ ਕੋਲ ਲੈ ਕੇ ਜਾ ਰਹੀ ਹੈ ਕਿ ਕਿਸੇ ਮੁੰਡੇ ਨੂੰ ਉਸਨੂੰ ਤੰਗ ਪਰੇਸ਼ਾਨ ਕੀਤਾ, ਉਸਨੂੰ ਗੰਦੀਆਂ ਗਾਲਾਂ ਕੱਢੀਆਂ, ਤੇ ਉਹ ਆਪਣੀ ਐਪਲੀਕੇਸ਼ਨ ਲੈ ਕੇ ਮੈਡਮ ਮਨੀਸ਼ਾ ਗੁਲਾਟੀ ਕੋਲ ਗਏ ਨੇ। ਜਦੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੀਆਂ ਸਾਡੀਆਂ ਬੱਚੀਆਂ ਕਾਨੂੰਨ ਦੇ ਕੋਲ ਜਾ ਕੇ ਇਨਸਾਫ ਦੀ ਮੰਗ ਕਰਦੀਆਂ ਨੇ ਤੇ ਅਸੀਂ ਦੇਖੀਏ ਕਿ ਗਰਾਊਂਡ ਤੇ ਸਾਡੀ ਜਿਹੜੀ ਇਹ ਸਿਚੁਏਸ਼ਨ ਕੀ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਔਰਤ ਨੂੰ ਅੰਦਰ ਤੋਂ ਜਾਗਰੂਕ ਹੋਣ ਦੀ ਲੋੜ ਹੈ, ਆਪਣੇ ਹੱਕਾਂ ਨੂੰ ਸਮਝਣ ਦੀ ਲੋੜ ਹੈ। ਕਹਿੰਦੇ ਜ਼ੁਲਮ ਕਰਨ ਵਾਲੇ ਨਾਲੋਂ ਜ਼ੁਲਮ ਸਹਿਣਾ ਜ਼ਿਆਦਾ ਵੱਡਾ ਪਾਪ ਹੈ। ਕਦੇ ਵੀ ਜ਼ੁਲਮ ਨੂੰ ਸਹਿਣਾ ਨਹੀਂ ਚਾਹੀਦਾ, ਹਮੇਸ਼ਾ ਉਸ ਦੇ ਖਿਲਾਫ ਅੱਗੇ ਆਓ, ਆਵਾਜ਼ ਉਠਾਓ। ਤੇ ਜਦੋਂ ਤੁਸੀਂ ਆਪ ਆਵਾਜ਼ ਉਠਾਓਗੇ, ਸਾਡੇ ਗੁਰੂ ਸਾਹਿਬਾਨ ਨੇ ਵੀ ਹਮੇਸ਼ਾ ਹੀ ਇਹ ਕਿਹਾ, ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਅਸੀਂ ਸਾਰੇ ਭਲੀ ਭਾਂਤ ਸਾਰੇ ਪੰਜਾਬ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਤਾਂ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਕਿਹਾ ਹੈ ਕਿ ਆਪਣੀ ਆਵਾਜ਼ ਨੂੰ ਬੁਲੰਦ ਕਰੋ। ਜਦੋਂ ਤੁਹਾਡੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਉਸ ਆਵਾਜ਼ ਨੂੰ ਬੁਲੰਦ ਤੁਸੀਂ ਆਪ ਕਰਨਾ ਹੈ। ਜਦੋਂ ਤੁਸੀਂ ਇਹ ਚੀਜ਼ ਨੂੰ ਸਮਝ ਲਿਆ, ਸੋਚ ਲਿਆ ਕਿ ਹਾਂ ਇਸ ਚੀਜ਼ ਨੂੰ ਮੈਂ ਬੁਲੰਦ ਕਰਨਾ, ਤਾਂ ਫਿਰ ਰਾਹ ਜਿਹੜੇ ਨੇ ਆਪਣੇ ਆਪ ਖੁੱਲ੍ਹਦੇ ਜਾਂਦੇ ਨੇ। ਇਸ ਬੱਚੀ ਨੇ ਵੀ ਜਿਹੜੀ ਇਹਦੇ ਅੰਦਰ ਲਗਨ ਸੀ, ਮਨ ਸੀ ਕਿ ਮੈਂ ਕਿਤੇ ਨਾ ਕਿਤੇ ਅੱਗੇ ਵਧਣਾ ਹੈ। ਬਥੇਰੀਆਂ ਹਰ ਇੱਕ ਇਨਸਾਨ ਦੀਆਂ, ਹਮੇਸ਼ਾ ਇੱਕ ਗੱਲ ਯਾਦ ਰੱਖੋ, ਕਦੇ ਵੀ ਤੰਗੀਆਂ ਤੁਰਸ਼ੀਆਂ ਦਾ ਭਾਂਡਾ ਜਿਹੜਾ ਕਿਸੇ ਦੂਸਰੇ ਦੇ ਸਿਰ ਨਾ ਫੋੜੋ, ਉਸ ਭਾਂਡੇ ਨੂੰ ਤੁਸੀਂ ਆਪਣੇ ਹੀ ਸਿਰ ਫੋੜ ਕੇ ਅੱਗੇ ਵਧਣ ਦਾ ਯਤਨ ਕਰੋ। ਅੱਛਾ ਮੈਡਮ, ਤੁਹਾਡੇ ਟਰਸਟ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਜੇ ਤੁਸੀਂ ਉਹ ਹੈਲਪਲਾਈਨ ਨੰਬਰ ਵੀ ਦੱਸ ਦਿਓ ਤਾਂ ਮਤਲਬ ਜਿੰਨੀਆਂ ਹੋਰ ਕੁੜੀਆਂ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਹੈਗੀ ਹੈ ਉਹਨਾਂ ਕੋਲ ਤਾਂ ਕਿ ਇਹ ਨੰਬਰ ਪਹੁੰਚ ਸਕੇ।
ਜੀ ਬਿਲਕੁਲ, ਦੇਖੋ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ, ਕਿਉਂਕਿ ਕਿਸੇ ਵੀ ਪਰਿਵਾਰ ਦੇ ਵਿੱਚ ਜੇਕਰ ਕੋਈ ਮਹਿਲਾ ਕਿਸੇ ਤਰੀਕੇ ਨਾਲ ਪੀੜਤ ਆ, ਜੇਕਰ ਉਹਦੇ ਉੱਤੇ ਕਿਸੇ ਤਰੀਕੇ ਨਾਲ ਪਰਿਵਾਰ ਦੇ ਵੱਲੋਂ ਜਿਹੜਾ ਹੈਗਾ ਕਹਿਰ ਢਾਇਆ ਜਾ ਰਿਹਾ, ਸਿੱਧੇ ਤੌਰ ਤੇ ਅਸੀਂ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਗੱਲਬਾਤ ਨਹੀਂ ਕਰ ਸਕਦੇ। ਲੇਕਿਨ ਹਾਂ, ਕਾਨੂੰਨ ਇੱਕ ਬਹੁਤ ਵੱਡੀ ਚੀਜ਼ ਆ। ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਉਸ ਲੜਕੀ ਦੀ, ਉਸ ਬੱਚੀ ਦੀ ਮਦਦ ਜ਼ਰੂਰ ਕਰਾਂਗੇ। ਪਿੱਛੇ ਜਿਹੇ ਵੀ ਇੱਕ ਦੋ ਖਬਰਾਂ ਐਸੀਆਂ ਤੁਹਾਡੇ ਸਾਹਮਣੇ ਆਈਆਂ ਹੋਣਗੀਆਂ, ਹਾਂ, ਰਸਨਹੇੜੀ ਦਾ ਵੀ ਮਾਮਲਾ ਆਇਆ ਸੀਗਾ। ਪਰ ਠੀਕ ਹੈ, ਹੋ ਸਕਦਾ ਹੈ ਕਈ ਵਾਰੀ ਇਹ ਚੀਜ਼ ਮੌਕੇ ਤੇ ਸਮਝਣੀ ਬੜੀ ਔਖੀ ਹੋ ਜਾਂਦੀ ਆ ਕਿ ਮਤਲਬ ਜਿਹੜੀ ਗਲਤੀ ਕਿਸ ਦੀ ਆ, ਕਿ ਉਹ ਸਹੁਰਾ ਪਰਿਵਾਰ ਦੀ ਹੈ ਜਾਂ ਕਿ ਉਹ ਪੇਕੇ ਪਰਿਵਾਰ ਦੀ ਆ। ਅਸੀਂ ਜੱਜਮੈਂਟ ਨਹੀਂ ਕਰ ਸਕਦੇ, ਕਿਉਂਕਿ ਜਦੋਂ ਦੁੱਖ ਹੁੰਦਾ ਹੈਗਾ ਬੰਦੇ ਨੂੰ ਤਾਂ ਉਦੋਂ ਦੇਖਣਾ ਜੱਜ ਬੰਦਾ, ਜਿਹੜਾ ਬੰਦਾ ਰੋ ਰਿਹਾ ਜਾਂ ਪਰੇਸ਼ਾਨ ਬਿਲਕੁਲ, ਹੈਗਾ ਇਨਸਾਨ, ਬਿਲਕੁਲ ਉਹਨੂੰ ਹੀ ਜਿਹੜਾ ਹੈਗਾ ਸਪੋਰਟ ਕਰਨ ਦੇ ਐਫਰਟ ਕਰਦਾ। ਬਿਲਕੁਲ, ਜਜਮੈਂਟ ਮੌਕੇ ਤੇ ਕਰਨੀ ਬੜੀ ਔਖੀ ਆ। ਲੇਕਿਨ ਹਾਂ, ਇਨਸਾਨੀਅਤ ਦੇ ਨਾਤੇ ਜਿਹੜਾ ਸਾਡਾ ਫਰਜ਼ ਬਣਦਾ ਸੀ ਉਸ ਲੇਡੀ ਨੂੰ ਜਿਹੜਾ ਹਸਪਤਾਲ ਪਹੁੰਚਾਉਣ ਦਾ, ਉਹ ਅਸੀਂ ਪਹੁੰਚਾਇਆ। ਤੇ ਇਸੇ ਤਰੀਕੇ ਇਨਸਾਨੀਅਤ ਦੇ ਨਾਤੇ ਦਿਸ਼ਾ ਟਰਸਟ ਦਾ ਜਿਹੜੇ ਵੀ ਫਰਜ਼ ਬਣਦੇ ਨੇ ਉਹ ਅਸੀਂ ਲਗਾਤਾਰ ਕਰਦੇ ਰਹਾਂਗੇ। ਇਮਾਨਦਾਰ ਇਨਸਾਨ ਦੀ ਹਮੇਸ਼ਾ ਕਦਰ ਹੁੰਦੀ ਹੈ। ਇਸੇ ਤਰ੍ਹਾਂ ਦੇ ਇੱਕ ਸਨਮਾਨ ਦਾ ਮਾਮਲਾ ਜਲੰਧਰ ਵਿੱਚ ਪੇਸ਼ ਆਇਆ, ਜਿੱਥੇ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਸੰਸਥਾ ਜਲੰਧਰ ਦੀ ਟੀਮ ਵੱਲੋਂ ਏਸੀਪੀ ਪਵਨਦੀਪ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੋਂ ਨਾ ਬੋਲਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਵੱਡਾ ਕੋੜ ਹੈ ਤੇ ਅੱਜ ਸਮਾਂ ਆ ਗਿਆ ਹੈ ਇਸ ਕੋੜ ਨੂੰ ਖਤਮ ਕਰਨ ਦੀ ਲੋੜ ਹੈ। ਅੱਜ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਹੈ ਐਜ਼ ਐਨ ਓਨੈਸਟ ਆਫੀਸਰ। ਆਈ ਐਮ ਰੀਅਲੀ ਓਬਲਾਈਜ਼ਡ ਐਂਡ ਥੈਂਕਫੁਲ ਟੂ ਦ ਹੋਲ ਟੀਮ that they have given me such appreciation, and I would expect and I would like to give this message to all, to various departments, that we should always serve towards the society without any personal interests and should never indulge into corruption. Thank you. Good afternoon all. I am Nitin Vermani, District Director, Anti-Corruption Bureau of India. I am very pleased to announce that today Anti-Corruption Bureau of India Jalandhar team has honored Shri Pawandeep Singh Ji, ACP Jalandhar Kent, with Honest Duty Officer Award. Our organization is fully committed to eradicate corruption from the society, as we know that it is a big hurdle for our national development. We will keep on honoring the honest government officers in future also. Our organization is also involved in various other social activities like environment sector, education, poverty, etc. So let us come together and eradicate this evil from the society. Jai Hind, Jai Bharat. मैं अनूप सिंह, डिस्ट्रिक्ट चीफ डायरैक्टर फ्रॉम एंटी करप्शन ब्यूरो ऑफ इंडिया। ਅੱਜ ਸ਼੍ਰੀ ਬਵਨਦੀਪ ਸਿੰਘ ਜੀ ACP ਜਲੰਧਰ ਕੈਂਟ, ਜਿਨ੍ਹਾਂ ਨੂੰ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਵੱਲੋਂ ਓਨੈਸਟ ਡਿਊਟੀ ਆਫੀਸਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਆਉਣ ਨਾਲ ਕੈਂਟ ਵਿੱਚ ਕ੍ਰਾਈਮ ਰੇਟ ਬਹੁਤ ਘਟ ਗਿਆ ਹੈ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ, ਇਸੇ ਹੀ ਤਰ੍ਹਾਂ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਦੀ ਪੂਰੀ ਟੀਮ ਓਨੈਸਟ ਡਿਊਟੀ ਕਰਨ ਵਾਲੇ ਹਰ ਇੱਕ ਅਧਿਕਾਰੀ ਨੂੰ ਸਨਮਾਨਿਤ ਕਰਦੇ ਰਹਿਣਗੇ, ਕਰਦੇ ਸੀ ਔਰ ਕਰਦੇ ਰਵਾਂਗੇ। ਜੈ ਭੀਮ, ਜੈ ਭਾਰਤ। ਮੈਂ ਜਸਪ੍ਰੀਤ ਸਿੰਘ, ਡਿਸਟ੍ਰਿਕਟ ਪ੍ਰੈਜ਼ੀਡੈਂਟ ਜਲੰਧਰ। ਅੱਜ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਦੀ ਟੀਮ ਵੱਲੋਂ ਜਲੰਧਰ ਕੈਂਟ ਵਿੱਚ ACP ਪਵਨਦੀਪ ਸਿੰਘ ਜੀ ਨੂੰ ਓਨੈਸਟ ਡਿਊਟੀ ਆਫੀਸਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਂ ਉਹਨਾਂ ਦੀ ਇਮਾਨਦਾਰੀ ਨਾਲ ਨਿਭਾ ਰਹੇ ਡਿਊਟੀ ਨੂੰ ਸਲਾਮ ਕਰਦਾ ਹਾਂ। ਇਸ ਦੇ ਨਾਲ ਹੀ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਦੀ ਟੀਮ ਹਰ ਜ਼ਿਲ੍ਹੇ, ਹਰ ਸਟੇਟ ਵਿੱਚ ਕਰਪਸ਼ਨ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੈਂ ਦੇਸ਼ ਵਾਸੀਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਥੇ ਵੀ ਕਰਪਸ਼ਨ ਹੋ ਰਹੀ ਹੋਵੇ ਜਾਂ ਕਿਸੇ ਗਰੀਬ ਨਾਲ ਅਤਿਆਚਾਰ ਹੋ ਰਿਹਾ ਹੋਵੇ, ਉੱਥੇ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਦੀ ਟੀਮ ਕਰਪਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਨਾਲ ਸੋਸ਼ਲ ਐਕਟੀਵਿਟੀ ਜਿਵੇਂ ਬਲੱਡ ਕੈਂਪ ਜਾਂ ਕਿਸੇ ਗਰੀਬ ਨੂੰ ਰਾਸ਼ਨ ਦੀ ਲੋੜ ਹੋਵੇ ਜਾਂ ਐਜੂਕੇਸ਼ਨ ਦੀ ਲੋੜ ਹੋਵੇ, ਸਮੇਂ ਸਿਰ ਉਹਨਾਂ ਨੂੰ ਵੀ ਪ੍ਰੋਵਾਈਡ ਕਰਵਾਉਂਦੀ ਜਾ ਰਹੀ ਹੈ। ਜੈ ਭੀਮ, ਜੈ ਭਾਰਤ। ਸਤਿਆ ਸਨਾਤਨ ਸੇਵਾ ਸਮਿਤੀ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਤਹਿਤ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਮਾਂ ਭਗਵਤੀ ਦੇ 11 ਪਵਿੱਤਰ ਜੋਤੀ ਸਰੂਪਾਂ ਦਾ ਆਗਮਨ ਹੋਇਆ। ਸਾਰਾ ਸ਼ਹਿਰ ਮਹਾਮਾਈ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਜੋਤੀ ਸਰੂਪਾਂ ਨੂੰ ਵੱਖ-ਵੱਖ ਫੁੱਲਾਂ ਨਾਲ ਸਜੀਆਂ ਪਾਲਕੀਆਂ ਵਿੱਚ ਵਿਰਾਜਮਾਨ ਕਰਵਾ ਕੇ ਸ਼ਹਿਰ ਦੀ ਪਰਿਕਰਮਾ ਕਰਵਾਈ ਗਈ। गौरवगिरी चेला मंत्री कृष्णगिरी जी डेरा बाबा सरस्वती जी सुल्तानपुर लोधी मंदिर सिंह भारी ਅੱਜ ਦਾ ਜਿਹੜਾ कार्यक्रम है जी ਇਹਨੂੰ सत्य सनातन सेवा समिति ਵੱਲੋਂ ਮੰਦਿਰ ਪ੍ਰਬੰਧਨ ਦੇ ਸਹਿਯੋਗ ਦੇ ਨਾਲ ਉਲੀਕਿਆ ਗਿਆ।
ਤੇ ਇਲਾਕੇ ਭਰ ਦੀਆਂ ਸਾਰੀਆਂ ਸੰਗਤਾਂ, ਜ਼ਿਲ੍ਹਾ ਕਪੂਰਥਲਾ ਈਵਨ ਕਿ ਪੰਜਾਬ ਤੱਕ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਭਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਜੀ ਇਸ ਪ੍ਰੋਗਰਾਮ ਦਾ, ਤੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ, ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਨੇ, ਉਹਨਾਂ ਨੇ ਡੇਰਾ ਬਾਬਾ ਸਰਸਵਤੀ ਗਿਰ ਮੰਦਿਰ ਸਿੰਘ ਭਾਨੀ ਤੇ ਸਤਿ ਸਨਾਤਨ ਸੇਵਾ ਸਮਿਤੀ ਦਾ ਬਹੁਤ ਸਹਿਯੋਗ ਦਿੱਤਾ ਹੈ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਕਰਨਾ ਚਾਹੁੰਦਾ ਜੀ। ਕੀ ਪ੍ਰਬੰਧ ਕੀਤੇ ਗਏ ਨੇ? ਪ੍ਰਬੰਧ ਕੀਤੇ ਗਏ ਨੇ ਜੀ, ਮਹਾਮਾਈ ਦੀਆਂ ਜੋਤਾਂ ਜਿਹੜੀਆਂ ਅਲੱਗ-ਅਲੱਗ ਸ਼ਕਤੀਪੀਠਾਂ ਤੋਂ ਲੈ ਕੇ ਆਏ ਨੇ। ਉਸ ਤੋਂ ਬਾਅਦ ਇਹਨਾਂ ਸਾਰੀਆਂ ਜੋਤੀ ਸਰੂਪਾਂ ਨੂੰ ਸ਼ਹਿਰ ਦੀ ਪਰਿਕਰਮਾ ਕਰਵਾ ਕੇ ਮੰਦਿਰ ਮਾਤਾ ਸਿੰਘ ਭਾਨੀ ਜੀ 28, 29 ਤੇ 30 ਤਰੀਕ ਨੂੰ 3 ਦਿਨਾਂ ਵਾਸਤੇ ਸਥਾਪਿਤ ਕੀਤਾ ਜਾਏਗਾ ਜੀ, ਤੇ ਭਗਤਾਂ ਨੂੰ ਮਹਾਮਾਈ ਦੀਆਂ ਜੋਤਾਂ ਦੇ ਦਰਸ਼ਨ ਕਰਵਾਏ ਜਾਣਗੇ। ਮੋਹਾਲੀ ਨਗਰ ਨਿਗਮ ਵੱਲੋਂ ਮੋਹਾਲੀ ਦੇ ਸੈਕਟਰ 70 ਮਟੌਰ ਵਿੱਚ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਨਗਰ ਨਿਗਮ ਦੇ ਇੰਸਪੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਮਟੌਰ ਸੈਕਟਰ 70 ਵਿੱਚ ਰੇਹੜੀ ਫੜੀ ਵਾਲਿਆਂ ਵੱਲੋਂ ਸੈਕਟਰ 70 'ਚ ਪੱਕੇ ਕਬਜ਼ੇ ਕੀਤੇ ਗਏ ਹਨ। ਲੋਕ ਸਮਾਨ ਲੈਣ ਲਈ ਆਪਣੇ ਵਾਹਨ ਸੜਕਾਂ ਤੇ ਖੜੇ ਕਰਕੇ ਚਲੇ ਜਾਂਦੇ ਹਨ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਦੇਰ ਤੋਂ ਨਾ ਜੀ ਕੰਪਲੇਂਟਾਂ ਆ ਰਹੀਆਂ ਨੇ ਕਿ ਜਿਹੜੇ ਲੋਕ ਨੇ ਫੁੱਟਪਾਥ ਦੇ ਉੱਤੇ ਬੈਠੇ ਆ, ਇਹਨਾਂ ਦੇ ਕਰਕੇ ਦੇਖੋ ਟ੍ਰੈਫਿਕ ਦੇ ਵਿੱਚ ਵਿਘਨ ਪੈਂਦਾ। ਲੋਕ ਸੜਕ ਦੇ ਉੱਤੇ ਗੱਡੀ ਖੜਾ ਕੇ ਇਹਨਾਂ ਦੇ ਕੋਲ ਆਪਣਾ ਸਮਾਨ ਸਮੂਨ ਲੈਂਦੇ ਆ, ਤੇ ਇੱਕ ਦੇਖੋ ਆ ਜਿਹੜਾ ਸਾਰਾ ਫੁੱਟਪਾਥ ਹੈ ਇਹ ਸਾਰਾ ਇਹਨਾਂ ਨੇ ਖਰਾਬ ਕੀਤਾ ਪਿਆ, ਸਾਰਾ ਤੋੜਿਆ ਪਿਆ ਵਾ। ਇਸ ਕਰਕੇ ਕਮਿਸ਼ਨਰ ਮੈਡਮ ਨੇ ਖਾਸ ਹੁਕਮ ਦਿੱਤੇ ਨੇ ਕਿ ਜਿਹੜਾ ਹੈਗਾ ਫੁੱਟਪਾਥ ਸਾਰਾ ਖਾਲੀ ਕਰਾਇਆ ਵਾ। ਇਹ ਜਿਹੜੇ ਡਰਾਈਵ ਆ ਮਟੋਰ ਤੋਂ ਹੁੰਦੇ ਹੈ ਅੱਗੇ ਕਿੱਥੇ ਤੱਕ ਇਹ ਆਪਣਾ ਆਈਵੀ ਤੱਕ ਜਾਵਾਂਗੇ। ਸਾਰਾ ਖਲਾਈ ਕਰਾਂਗੇ। ਸਰ ਜਿਹੜਾ ਸ਼ੋਅ ਇੱਕ ਆਪਣੇ ਡਿਪਟੀ ਮੇਅਰ ਵੱਲੋਂ ਵੀ ਆਰੋਪ ਲਗਾਏ ਗਏ ਸੀ ਪਿੱਛੇ ਜੇ ਕਿ ਜਿਹੜੀ ਅਫਸਰਸ਼ਾਹੀ ਹੈ ਉਹ ਪੋਲੀਟੀਕਲ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਮਤਲਬ ਉਹਨਾਂ ਦੀ ਕੋਈ ਸੁਣ ਨਹੀਂ ਰਿਹਾ ਜੀ। ਜਿਹੜੇ ਪੱਕੇ ਸ਼ੈੱਡ ਜਿਹੜੇ ਸ਼ੋਰੂਮਾਂ ਵੱਲੋਂ ਪੱਕੇ ਸ਼ੈੱਡ ਬਣਾਏ ਗਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਨਹੀਂ ਦੇਖੋ ਜਿਹੜੀ ਪੱਕੀ ਇਨਕਰੋਚਮੈਂਟ ਆ ਉਹ ਐਮਈ ਬ੍ਰਾਂਚ ਦਾ ਕੰਮ ਹੈ ਜੀ, ਉਹਨਾਂ ਨੇ ਕਰਨਾ ਹੈ। ਸਾਡੇ ਕੋਲ ਸਿਰਫ ਜਿਹੜੀ ਆਰਜੀ ਇਨਕਰੋਚਮੈਂਟ ਕੱਚੀ ਇਨਕਰੋਚਮੈਂਟ ਜਿਹੜੀ ਜਿਵੇਂ ਰੇਹੜੀ ਫੜੀ ਹੈ ਇਹ ਸਾਡੇ ਕੋਲ ਮਤਲਬ ਪਬਲਿਕ ਪਲੇਸ ਤੇ ਕੋਈ ਚੀਜ਼ ਅਗਰ ਇਸ ਤਰ੍ਹਾਂ ਥੋੜਾ ਲੱਗਦਾ ਵਾ ਉਸ ਨੂੰ ਹਟਾਇਆ ਜਾਏ। ਉਹਨੂੰ ਹਟਾਇਆ ਜਾਏ। ਸਰ ਇੱਕ ਹਾਈ ਕੋਰਟ ਵੱਲੋਂ ਆਦੇਸ਼ ਵੀ ਸੀਗੇ ਆਪਣੇ ਕਿ ਇਨਕਰੋਚਮੈਂਟ ਕਰਨ ਨੂੰ ਲੈ ਕੇ। ਹਾਂਜੀ ਤੇ ਉਹ ਆਪਣੇ ਡਿਪਾਰਟਮੈਂਟ ਅੰਦਰ ਆਉਂਦੇ ਜਾਂ ਕਿਸੇ ਹੋਰ ਦੇ? ਨਹੀਂ, ਉਹ ਆਪਣੇ ਡਿਪਾਰਟਮੈਂਟ ਦੇ ਅੰਡਰ ਹੀ ਉਹਦੇ ਤਹਿਤ ਵੀ ਆਪਾਂ ਸਾਰੀ ਜਿਹੜੀ ਹੈਗੀ ਸ਼ੋਰੂਮ ਵਾਲੇ ਨੇ ਬਾਹਰ ਕੱਚੀ ਇਨਕਰੋਚਮੈਂਟ ਵੀ ਜਿਵੇਂ ਉਹ ਬਾਹਰ ਹੀ ਸਮਾਨ ਰੱਖਿਆ ਹੋਇਆ ਉਹ ਵੀ ਚੱਕ ਲੈਣੇ ਨੇ, ਉਹ ਵੀ ਚੱਕ ਲੈਣੇ। ਹਾਂਜੀ, ਥੈਂਕ ਯੂ। ਅੱਜ ਸਰਦਾਰ ਸੁਖਜਿੰਦਰ ਸਿੰਘ ਕਾਉਣੀ ਨੇ ਬਤੌਰ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਵਜੋਂ ਜੰਗਲਾਤ ਵਿਭਾਗ ਅਤੇ ਦਿੱਗਜ ਹਸਤੀਆਂ ਅਤੇ ਮੋਹਤਵਰਾਂ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਵਜੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣਾ ਅਹੁਦਾ ਸੰਭਾਲਿਆ, ਤੇ ਇਸ ਮੌਕੇ ਤੇ ਆਪ ਦੀ ਲੀਡਰਸ਼ਿਪ ਹਾਜ਼ਰ ਹੋਈ। ਇਸ ਮੌਕੇ ਉਹਨਾਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਮੁੱਚੇ ਵਿਕਾਸ ਲਈ ਯਤਨ ਕਰਨਗੇ ਤੇ ਵਿਕਾਸ ਕਾਰਜਾਂ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆ ਦੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਉਹ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਉਣ ਲਈ ਵੀ ਉਪਰਾਲੇ ਕਰਨਗੇ ਤੇ ਸ਼ਹਿਰ ਦੇ ਪੀਣ ਵਾਲੇ ਪਾਣੀ ਸੀਵਰੇਜ ਦੀ ਸਮੱਸਿਆ ਨੂੰ ਵੀ ਹੱਲ ਕਰਵਾਉਣਗੇ। ਇਸ ਮੌਕੇ ਉਹਨਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਜਿਨ੍ਹਾਂ ਦੇ ਯਤਨਾਂ ਸਦਕਾ ਉਹਨਾਂ ਨੂੰ ਇਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਮੈਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੈਂ ਸ਼ੁਕਰਾਨਾ ਕਰਦਾ ਹੈ, ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ। ਔਰ ਇਹਦੇ ਵਿੱਚ ਜ਼ਿੰਮੇਵਾਰੀ ਵਿੱਚ ਜਿੱਥੇ ਮੇਰੇ ਹਲਕਾ ਗਿੱਦੜਬਾਹ ਦੇ ਮੇਰੇ ਵਰਕਰਾਂ ਦਾ ਬਹੁਤ ਵੱਡਾ ਸਹਿਯੋਗ ਹੈ, ਜਿੱਥੇ ਮੇਰੇ ਜ਼ਿਲ੍ਹੇ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ, ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਐਮਐਲਏ ਬਣੇ ਆ ਉਹਨਾਂ ਮੇਰੇ ਭਰਾਵਾਂ ਦਾ ਵੀ ਬਹੁਤ ਵੱਡਾ ਸਾਥ ਹੈ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਪਿੰਡਾਂ ਦੇ ਕੰਮ ਬਹੁਤ ਵਿਗੜ ਰਹੇ ਨੇ, ਉਹਦਾ ਚੇਅਰਮੈਨ ਤੋਂ ਲਾਇਆ ਗਿਆ ਕੰਮ ਬੜੇ ਨੇ, ਕੀ ਕੰਮ ਮਾਰਦੇ ਸੋਚੇ ਵੀ ਆਹ ਕੰਮ ਜਿਹੜੇ ਪਿੰਡਾਂ ਦੇ ਅਸੀਂ ਕਰਵਾਉਣੇ। ਪਹਿਲੋਂ ਪਹਿਲ ਜਿਵੇਂ ਐਜੂਕੇਸ਼ਨ ਔਰ ਹੈਲਥ ਹੈ, ਜਿਵੇਂ ਆਮ ਆਦਮੀ ਪਾਰਟੀ ਦਾ ਏਜੰਡਾ ਹੈ, ਅਸੀਂ ਦੋਨਾਂ ਦੇ ਉੱਪਰ ਪੂਰੀ ਤਰ੍ਹਾਂ ਕੰਮ ਕਰਾਂਗੇ, ਮਿਹਨਤ ਨਾਲ ਲਗਨ ਨਾਲ ਕੰਮ ਕਰਾਂਗੇ, ਸਕੂਲਾਂ ਨੂੰ ਵਧੀਆ ਬਣਾਵਾਂਗੇ, ਹਸਪਤਾਲਾਂ ਨੂੰ ਵਧੀਆ ਬਣਾਵਾਂਗੇ ਔਰ ਲੋਕਾਂ ਨੂੰ ਜਿਹੜੀਆਂ ਫੈਸਿਲਿਟੀਆਂ ਉਹ ਦੇਵਾਂਗੇ ਜੀ। ਕਸਬਾ ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਨਾਰਲਾ ਵਿਖੇ ਗਵਾਂਢ ਰਹਿੰਦੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਕੈਨੇਡਾ ਤੋਂ ਆਈ ਕੁੜੀ ਅਤੇ ਉਸ ਦੀ ਮਾਤਾ ਨੂੰ ਜ਼ਖਮੀ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸੰਬੰਧੀ ਹਸਪਤਾਲ 'ਚ ਦਾਖਲ ਜੇਰੇ ਇਲਾਜ ਜ਼ਖਮੀ ਅਮਰਜੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਤੀ ਵਿਦੇਸ਼ 'ਚ ਰਹਿੰਦਾ ਹੈ, ਜਦਕਿ ਮੈਂ ਅਤੇ ਮੇਰਾ ਲੜਕਾ ਪਿੰਡ ਨਾਰਲਾ ਵਿਖੇ ਰਹਿੰਦੇ ਹਨ। ਕੁਝ ਸਮੇਂ ਤੋਂ ਮੇਰੀ ਵਿਦੇਸ਼ ਕੈਨੇਡਾ ਰਹਿੰਦੀ ਲੜਕੀ ਮਿਲਣ ਵਾਸਤੇ ਆਈ ਹੋਈ ਹੈ। ਸਾਡੇ ਸਰੀਕੇ 'ਚੋਂ ਦੋਤਾ ਲੱਗਦਾ ਗੁਰਸਾਹਿਬ ਸਿੰਘ ਉਫ ਭਾਲਾ ਸਾਡੇ ਗਵਾਂਢ 'ਚ ਰਹਿੰਦਾ ਹੈ। ਉਸ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਸਾਡੇ ਨਾਲ ਝਗੜਾ ਕੀਤਾ ਜਾ ਰਿਹਾ ਹੈ। ਅੱਜ ਵੀਰਵਾਰ ਉਸ ਵੱਲੋਂ ਆਪਣੀ
ਪਤਨੀ ਸਮੇਤ ਸਾਡੇ ਉੱਪਰ ਬੇਬੁਨਿਆਦ ਦੋਸ਼ ਲਗਾਏ ਗਏ ਕਿ ਤੁਸੀਂ ਰੂੜੀ ਉੱਪਰ ਡਾਈਪਰ ਸੁੱਟਦੇ ਹੋ। ਇਸ ਸੰਬੰਧ ਉਸਨੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਧੀ ਵੱਲੋਂ ਪੁਲਿਸ ਹੈਲਪਲਾਈਨ ਤੇ ਕਾਲ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਉੱਥੇ ਪੁੱਜਣ ਤੇ ਉਹ ਉਹਨਾਂ ਨਾਲ ਵੀ ਉਲਝਣ ਲੱਗ ਪਿਆ। ਉਸ ਵੱਲੋਂ ਧਮਕੀ ਦਿੱਤੀ ਗਈ ਕਿ ਤੇਰੀ ਧੀ ਨੂੰ ਹੁਣ ਮੈਂ ਕੈਨੇਡਾ ਵਾਪਸ ਨਹੀਂ ਜਾਣ ਦੇਣਾ। ਇੱਧਰ ਆ, ਸਾਹਮਣੇ ਆ ਮੇਰੇ, ਇੱਧਰ ਆ, ਇੱਧਰ ਆ, ਇੱਧਰ ਆ, ਇੱਧਰ ਆ, ਤੇਰੀ ਹੈਗੀ ਨਹੀਂ ਨਾ ਤਾਂ ਕਰਕੇ ਇੱਧਰ ਆ, ਆਪਦੇ ਪਿਓ ਦਾ ਨਾ ਇੱਧਰ ਆ, ਆ ਇੱਧਰ ਬਾਹਰ, ਆ ਇੱਧਰ, ਆ ਇੱਧਰ, ਆ ਇੱਧਰ, ਆ ਇੱਧਰ। ਕੋਈ ਨਹੀਂ, ਇਹ ਕੱਲ ਦੇ ਸਾਡੇ ਨਾਲ ਲੜਨ ਨੂੰ ਫਿਰਦੇ ਸੀ, ਬੇਟੀ ਨਾਲ ਲੜਦੇ ਸੀ ਕਿ ਮੇਰੇ ਨਾਲ ਨਹੀਂ ਸੀ ਲੜਦੇ, ਬੇਟੀ ਨਾਲ ਲੜਦੇ ਸੀ ਕਿ ਤੈਨੂੰ ਬਾਹਰ ਨਹੀਂ ਜਾਣ ਦੇਣਾ, ਦੁਬਾਰੇ ਕੈਨੇਡਾ ਨਹੀਂ ਜਾਣ ਦੇਣਾ। ਬੇਟੀ ਕੌਣ ਲੜਦਾ ਸੀਗਾ? ਇਹ ਹਰਪਾਲ ਸਿੰਘ, ਗੁਰਸਾਹਿਬ ਸਿੰਘ ਆ, ਇਹ ਆਪਣੇ ਆਪ ਨੂੰ ਲਿਖਦਾ ਹੈ, ਲੇਕਿਨ ਇਹ ਹਰਪਾਲ ਸਿੰਘ ਹੈ, ਇਹ ਆਪਣੇ ਸ਼ਹੀਦ ਹੋਏ ਭਰਾ ਦੇ ਨਾਂ ਤੇ ਜੀਣ ਦੇ ਆ। ਅੱਛਾ ਜੀ। ਉਹਦਾ ਨਾਂ ਗੁਰਸਾਹਿਬ ਸਿੰਘ ਸੀ, ਇਹਦਾ ਨਾਂ ਹਰਪਾਲ ਸਿੰਘ ਸੀ। ਇਹ ਗੁਰਸਾਹਿਬ ਸਿੰਘ ਜਿਹੜਾ ਸੀ ਇਹ ਹਰਪਾਲ ਸਿੰਘ ਦੇ ਨਾਂ ਤੇ ਭਰਤੀ ਹੋਇਆ ਸੀ। ਹੁਣ ਇਹ ਜਿੰਦਾ ਜਿਹੜਾ ਇਹ ਆਪਣੇ ਆਪ ਨੂੰ ਗੁਰਸਾਹਿਬ ਸਿੰਘ ਲਿਖਦਾ, ਪਰ ਇਹ ਹੈਗਾ ਹਰਪਾਲ ਸਿੰਘ। ਕੀ ਗੱਲ ਕੀ ਹੋਈ? ਗੱਲ ਕੁਛ ਨਹੀਂ ਹੋਈ, ਅਸੀਂ ਆਪਣੇ ਘਰ ਸਾਗ ਤੋੜਦੇ ਸੀ ਤੇ ਬੇਟੀ ਦੇ ਨਾਲ ਝਗੜੀ ਆ ਇਹ ਕਾਂਦੂ ਦੀ। ਇੱਕ ਪਰਸੋਂ ਦੀ ਬੇਟੀ ਦੇ ਪਿੱਛੇ ਪਈ ਸੀ, ਪਰਸੋਂ ਮੈਨੂੰ ਵੇਖ ਕੇ ਪਿਛਾਂਹ ਮੁੜ ਗਈ ਆ ਤੇ ਇਹ ਕੱਲ 12 ਵਜੇ ਨਾ ਇੱਕ ਮਜਬੀ ਸਿੰਘਾਂ ਦੀ ਨੌਂ ਦੇ ਸਾਗ ਤੋੜਨ ਲੱਗ ਪਈਆਂ, ਉੱਥੇ ਲੱਗ ਗਈ। ਇਹ ਕਾਂਦੂ ਦੀ ਆਣ ਕੇ ਤੇ ਇਹਨਾਂ ਨਾਲ ਝਗੜੀ ਹੈ ਬੇਟੀ ਦੇ ਨਾਲ। ਹਰਪਾਲ ਸਿੰਘ ਦੀ ਪਤਨੀ ਬਲਵਿੰਦਰ ਕੌਰ, ਉਹ ਸਮੈਕ ਪੀਂਦੀ ਆ, ਸ਼ਰਾਬ ਵੀ ਪੀਂਦੀ ਹੈ, ਨਸ਼ਾ ਕਰਦੀ, ਗੋਲੀਆਂ ਵੀ ਖਾਂਦੀ ਹੈ। ਅੱਜ ਫਿਰ ਕੀ ਗੱਲ ਹੋਈ? ਅੱਜ ਕੁਛ ਨਹੀਂ, ਅੱਜ ਸਵੇਰ ਦਾ ਉਹ ਗਾਲਾਂ ਕੱਢਦਾ ਸੀ ਸ਼ਰਾਬ ਪੀ ਕੇ ਸਾਨੂੰ। ਅੱਛਾ। ਜਦੋਂ ਜਰਾ ਗਾਲਾਂ ਕੱਢਦਾ ਸੀ ਤੇ ਮੈਂ ਕਿਸੇ ਗਵਾਂਢੀ ਦੇ ਘਰ ਗਈ ਸੀ, ਲਾਗੇ ਮੈਨੂੰ ਜ਼ਰੂਰੀ ਕੰਮ ਸੀ ਤੇ ਮੈਂ ਜਦੋਂ ਆਈ ਆ ਮੇਰੇ ਆਉਂਦਿਆਂ ਨੂੰ ਇਹ ਇੱਕ ਦੂਜੇ ਦੇ ਮੂੰਹਾਂ ਦੇ ਵੇਨੇ, ਪਰ ਇਹਨਾਂ ਮੈਨੂੰ ਦੱਸਿਆ ਨਹੀਂ ਵੀ ਕੀ ਹੋਇਆ। ਇਹਨਾਂ ਨੇ ਹੈਲਪਲਾਈਨ ਤੇ ਕਾਲ ਕਰਤੀ, ਉਹਨਾਂ ਕਿਹਨੂੰ ਮੁਲਾਜ਼ਮ ਆ ਗਏ ਆ ਤੇ ਰੌਲਾ ਪਿਆ ਤੇ ਮੈਂ ਰਸੋਈ 'ਚੋਂ ਆਵਾਜ਼ ਦਿੱਤੀ, ਮੈਂ ਕੀ ਹੋਇਆ ਵਾ, ਹੈ ਕੌਣ ਆ ਇੱਥੇ, ਰੌਲਾ ਕਿਹਦਾ ਪੈਣ ਦਿਆ। ਤੇ ਇਹ ਜਿਹਨੇ ਦੱਸਿਆ ਨਹੀਂ ਬੱਚਿਆਂ ਨੇ, ਉਹਨਾਂ ਚਿਰ ਨੂੰ ਆਂਦੇ ਪਏ ਆਹ ਗੱਲ ਹੋਈ, ਇਹਨੇ ਮੈਨੂੰ ਦੱਸ ਦਿੱਤਾ ਵਾ ਤੇ ਮੈंने ਨਾ ਨਹੀਂ ਉਰੇ ਆ ਜਾਓ। ਉਹਦੇ ਜਿਹਨਾਂ ਨੇ ਮੁਲਾਜ਼ਮ ਦੇ ਵੀ ਕੱਪੜੇ ਕੁੱਪੜੇ ਪਾੜ ਤੇ ਪੱਗ ਲਾ ਦਿੱਤੀ ਹੈ। ਅੱਛਾ, ਮੁਲਾਜ਼ਮ ਦੇ ਵੀ ਗੱਲ ਪੈ ਗਿਆ। ਉਹ ਤਾਂ ਲਿਆ ਕੇ ਦੰਦਾਲੀ ਤੇ ਸਿੱਧੀਆਂ ਗੋਲੀਆਂ ਨੇ ਸਾਡੇ ਘਰ ਖਲੋਤਿਆਂ ਦੀ ਪੁਲਿਸ ਦੀ ਮੌਜੂਦਗੀ ਦੇ ਵਿੱਚ। ਕਿੰਨੇ ਜਾਣੇ ਦੇ ਲੱਗੇ ਆ ਤੁਹਾਡੇ? ਪਤਾ ਨਹੀਂ ਉਹਨਾਂ ਦੇ ਕਿੰਨੇ ਜਾਣੇ ਦੇ ਲੱਗੀ ਗੋਲੀ, ਉਹਨਾਂ ਦੇ ਵੀ ਲੱਗੀ ਇੱਕ ਜਣੇ। ਤੁਹਾਡੇ ਵੀ ਸਿਰੇ ਵੱਜੀ? ਹਾਂ, ਮੇਰੀ ਆ ਬਾਂਹ ਤੇ ਵੱਜੀ ਹੈ। ਤੁਹਾਡੀ ਬੇਟੀ ਦੇ ਵੱਜੀ? ਬੇਟੀ ਦੇ ਵੱਜੀ। ਬੇਟੇ ਦੇ ਲੱਤ 'ਚ ਵੱਜੀ। ਹੁਣ ਪੁਲਿਸ ਨੇ ਕੀ ਆਸ਼ਵਾਸਨ ਦਵਾਇਆ ਤੁਹਾਨੂੰ? ਉਹਨਾਂ ਨੇ ਕਿਹਾ ਵਾ ਕਿ ਮਤਲਬ ਅਸੀਂ ਕਾਰਵਾਈ ਕਰਾਂਗੇ, ਮਤਲਬ ਖੂਨ ਉਹਨਾਂ ਦਾ ਆਇਆ ਸਾਨੂੰ। ਭਰੋਸਾ ਪੁਲਿਸ ਨੇ ਕਾਰਵਾਈ ਕਰੇਗੀ? ਹਾਂ ਕਰਾਂਗੇ, ਚਲੋ ਵੇਖੋ ਉਹ ਕੀ ਕਰਦੇ ਹੁਣ, ਇਹ ਨਹੀਂ ਮੈਂ ਕੁਝ ਕਹਿ ਸਕਦੀ। ਉਹ ਸਰਕਾਰ ਤੋਂ ਕੀ ਮੰਗ ਕਰਦੇ ਜੀ? ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਦਾ ਲਾਇਸੈਂਸ ਵੀ ਜ਼ਬਤ ਹੋ ਜੇ, ਇਹਨਾਂ ਦਾ ਦੋਵਾਂ ਜੀਆਂ ਦਾ ਟੈਸਟ ਹੋਵੇ। ਇਹਦੇ ਦੋਵੇਂ ਮੁੰਡੇ ਵੀ ਨਾਲ ਸੀ, ਨਿਸ਼ਾਨਦੀਪ ਸਿੰਘ ਤੇ ਹਰਮਨਦੀਪ ਸਿੰਘ, ਇਹ ਵੀ ਦੋਵੇਂ ਨਾਲ ਸੀ। ਇਹਨਾਂ ਦੋਵਾਂ ਜਿਹੜੇ ਦੋਵੇਂ ਧਿਰਾਂ ਨੇ ਗਾਂਢੀ ਗੁਆਂਢੀਆਂ, ਇਹਨਾਂ ਦਾ ਕੋਈ ਆਪਸ ਵਿੱਚ ਝਗੜਾ ਹੋਇਆ ਸੀ ਤੇ ਇਹਨਾਂ ਇੱਕ ਕੰਪਲੇਂਟ ਵੀ ਕੀਤੀ 112 ਦੇ। ਸਾਡੀ ਪੁਲਿਸ ਪਾਰਟੀ ਜਦੋਂ ਗਈ, ਅਜੇ ਸਾਡੀ ਪੁਲਿਸ ਪਾਰਟੀ ਰਸਤੇ 'ਚ ਹੀ ਤੇ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਹਰਪਾਲ ਸਿੰਘ ਨੇ ਜਿਹੜੇ ਗੁਆਂਢੀਆਂ ਦੇ ਫਾਇਰ ਕਰਤਾ ਤੇ ਇੱਕ ਉਹਦੇ ਲੜਕੇ ਨੇ ਫਾਇਰ ਕੀਤਾ ਤੇ ਜਿਹੜਾ ਉਹਦੀ ਪਤਨੀ ਨੇ ਲਲਕਾਰਾ ਮਾਰਿਆ ਤੇ ਇਹ ਜਿਹੜੇ ਮੁੜ ਕੇ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਕੇ ਮੁਕੱਦਮਾ ਦਰਜ ਕਰਤਾ ਵਾ ਤੇ ਤਫਤੀਸ਼ ਜਾਰੀ। ਸਰ, ਮੁਦਈ ਜਿਹੜੀ ਅਮਰਜੀਤ ਕੌਰ ਹੈ, ਉਹਦਾ ਕਹਿਣਾ ਹੈ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚੱਲੀਆਂ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੀ ਉਹ ਹੱਥੋਂ ਪਾਈ ਹੋਏ ਆ, ਗਲ ਪਏ ਆ, ਉਹ ਕੋਈ ਸਰ ਸਾਹਮਣੇ ਆ? ਨਹੀਂ, ਇਹੋ ਜਿਹੀ ਕੋਈ ਗੱਲ। ਤੇ ਸਰ, ਮੁਲਜ਼ਮ ਨੂੰ ਫੜਨ ਲਈ ਕੋਈ ਛਾਪੇਮਾਰੀ ਵਗੈਰਾ ਕੀਤੀ ਜਾਏ? ਹਾਂ, ਮੁਲਜ਼ਮ ਦੇ ਅਸੀਂ ਕੱਲ੍ਹ ਲੋਕੇਸ਼ਨ ਲਾ ਕੇ ਉਹਦਾ ਪਿੱਛਾ ਕੀਤਾ ਹੈ ਪਰ ਬਾਅਦ 'ਚੋਂ ਕਾਮਯਾਬੀ ਨਹੀਂ ਮਿਲੀ। ਗਿੱਦੜਬਾਹਾ ਪੁਲਿਸ ਵੱਲੋਂ ਜੋ ਸੜਕ ਹਾਦਸਿਆਂ ਤੋਂ ਬਚਾਓ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਨਾਬਾਲਿਗ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਇਆ ਗਿਆ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਸੰਬੰਧੀ ਡੀਐਸਪੀ ਜਸਵੀਰ ਸਿੰਘ ਪੰਨੂ ਅਤੇ ਐਸਐਚਓ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਖੁਦ ਅਤੇ ਟ੍ਰੈਫਿਕ ਪੁਲਿਸ ਦੀਆਂ ਕੁੱਲ 6 ਟੀਮਾਂ ਦਾ ਗਠਨ ਕੀਤਾ ਅਤੇ ਗਿੱਦੜਬਾਹਾ ਦੇ 4 ਮੁੱਖ ਸਕੂਲਾਂ ਪਿੰਡ ਕੋਟ ਭਾਈ ਅਤੇ ਦੋਦਾ ਦੇ ਇੱਕ ਸਕੂਲ ਨੇੜੇ ਨਾਕਾਬੰਦੀ ਕਰਦੇ ਹੋਏ 2 ਪਹੀਆ ਵਾਹਨ ਚਲਾ ਕੇ ਸਕੂਲ ਪਹੁੰਚਣ ਵਾਲੇ ਨਾਬਾਲਿਗ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਇਆ। ਹਾਂਜੀ ਸਰ ਅੱਜ ਇੱਕ ਨਾਕਾਬੰਦੀ ਕਰਕੇ ਸਕੂਲਾਂ ਦੇ ਬਾਹਰ ਚਲਾਨ ਕੱਟੇ ਗਏ, ਕੀ ਸੀ ਸਰ ਇਹ ਮੈਟਰ?
ਕੁਝ ਅਸੀਂ ਗਿੱਦੜਬਾਹਾ ਇਲਾਕੇ ਜ਼ਿਲ੍ਹਾ ਮੁਕਤਸਰ ਦੇ ਵਿੱਚ ਸਾਡੀ ਅਭਿਆਨ ਚੱਲ ਰਹੀ ਆ ਕਿ ਟ੍ਰੈਫਿਕ ਦੇ ਨਿਯਮਾਂ ਦੀ ਬੱਚੇ ਸਟੂਡੈਂਟ ਜਿਹੜੀ ਆ ਉਲੰਘਣਾ ਕਰ ਰਿਹਾ ਸਕੂਲਾਂ ਦੇ ਵਹੀਕਲ ਲੈ ਕੇ ਆਣ ਕੇ। ਉਹਨਾਂ ਦੇ ਪੇਰੈਂਟਸ ਵੱਲੋਂ ਵੀ ਸਾਨੂੰ ਕਈ ਵਾਰ ਸ਼ਿਕਾਇਤਾਂ ਆਈਆਂ। ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਗਿੱਦੜਬਾਹਾ ਸਬ ਡਿਵੀਜ਼ਨ ਦੇ ਵਿੱਚ 6 ਥਾਈਂ ਨਾਕਾਬੰਦੀ ਕੀਤੀ, 4 ਗਿੱਦੜਬਾਹਾ ਦੇ ਸਕੂਲਾਂ 'ਚ, 2 ਕੋਟ ਭਾਈ ਦੁੱਧ ਦੇ ਵਿੱਚ। ਜਿਸ ਦੌਰਾਨ ਨਾਕਾਬੰਦੀ ਕਰਨ ਦੇ ਦੌਰਾਨ ਅਸੀਂ 34 ਚਲਾਨ ਟ੍ਰੈਫਿਕ ਦੇ ਕੱਟੇ ਆ, 2 ਜਿਹੜੇ ਵਹੀਕਲ ਅਸੀਂ ਪਾਉਂਡ ਕੀਤੇ ਆ। ਅਸੀਂ ਆਪਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਜੇਕਰ ਕਈਆਂ ਦੇ ਨਹੀਂ ਅਜੇ ਤੱਕ ਟ੍ਰੈਫਿਕ ਦੇ ਲੰਘਣਾ ਦੀ ਕਰ ਰਹੇ ਨੇ, ਜਿਨ੍ਹਾਂ ਦੇ ਅਜੇ ਤੱਕ ਲਾਇਸੈਂਸ ਨਹੀਂ ਬਣੇ ਉਹ ਲਾਇਸੈਂਸ ਬਣਾਉਣ, ਜਿਨ੍ਹਾਂ ਦੇ ਕਾਗਜ਼ ਨਹੀਂ ਤਿਆਰ ਹੋਏ ਉਹ ਆਪਦੇ ਕਾਗਜ਼ ਤਿਆਰ ਕਰਨ। ਸਾਡਾ ਇਹ ਅਭਿਆਨ ਚੱਲਦਾ ਰਹੇਗਾ ਲਗਾਤਾਰ ਅੱਗੇ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮੁਤਾਬਕ। ਅਬੋਹਰ ਦੇ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲੈਣ ਤੋਂ ਬਾਅਦ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਸ਼ੁੱਕਰਵਾਰ ਨੂੰ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹਨਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਹੀ ਵਿਧਾਨ ਸਭਾ ਵਿੱਚ ਉਠਾ ਕੇ ਕਿਸਾਨਾਂ ਨੂੰ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਸੰਦੀਪ ਜਾਖੜ ਨੇ ਕਿਹਾ ਕਿ ਆਪ ਸਰਕਾਰ ਕਿਸਾਨਾਂ ਨੂੰ ਕੋਈ ਵੀ ਸਹੂਲਤ ਨਹੀਂ ਦੇ ਸਕੀ। ਕਈ ਦਿਨਾਂ ਤੋਂ ਮੰਡੀਆਂ ਵਿੱਚੋਂ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ। ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸਭ ਤੋਂ ਪਹਿਲੇ ਤਾਂ ਹੁਣੇ ਅੱਜ ਅਸੀਂ ਅਬੋਹਰ ਜਿਹੜੀ ਆਪਣੀ ਦਾਣਾ ਮੰਡੀ ਹੈ ਉੱਥੇ ਖੜੇ ਆ ਸਾਰੇ ਜ਼ਮੀਂਦਾਰ ਭਰਾ, ਆਪਣੇ ਲੇਬਰ ਵਾਲੇ ਸਾਥੀ, ਆੜਤੀਏ, ਕਿਸਾਨ ਭਰਾ। ਤੇ ਮੈਂ ਥੋੜਾ ਦੱਸਣਾ ਚਾਹੁੰਦਾ, ਹੁਣੇ ਕਿਸੇ ਸਾਥੀ ਨੇ ਮੈਨੂੰ ਦੱਸਿਆ ਵੀ ਕੱਲ ਡੀਸੀ ਸਾਹਿਬ ਦੀ ਪ੍ਰੈਸ ਰਿਲੀਜ਼ ਆਈ ਸੀ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ। ਉਹਨਾਂ ਨੇ ਕਿਹਾ ਵੀ 99% ਲਿਫਟਿੰਗ ਹੋ ਚੁੱਕੀ ਹੈ। ਤੇ ਮੈਂ ਪ੍ਰੈਸ ਵਾਲੇ ਸਾਥੀਆਂ ਨੂੰ ਕਹਾਂਗਾ ਇੱਕ ਵਾਰ ਨਜ਼ਰ ਘੁਮਾ ਕੇ ਵੇਖਿਆ ਜੇ। ਤੇ ਹੁਣੇ ਮੈਂ ਆંકੜੇ ਮੰਗੇ ਸੀਗੇ ਮਾਰਕੀਟ ਕਮੇਟੀ ਤੋਂ। ਪਿਛਲੇ ਸਾਲ ਆਪਣੇ ਲਗਭਗ ਫਸਲ ਆਈ ਸੀ 6.30 ਲੱਖ ਕੁਇੰਟਲ ਤੇ ਇਸ ਵਾਰੀ ਲਿਫਟਿੰਗ ਜਿਹੜੀ ਹੁਣ ਤੱਕ ਹੋਈ ਹੈ 2.53 ਲੱਖ ਕੁਇੰਟਲ। ਪਰਚੇਜ ਜਿਹੜੀ ਹੋਈ ਹੈ 2.53 ਹੋਈ ਹੈ। ਤੇ ਮੈਂ ਅਨਿਲ ਜੀ ਨੂੰ ਪੁੱਛਿਆ, ਮੈਂ ਕਿਹਾ ਥੋੜਾ ਜਿਹਾ ਪਰਸੈਂਟੇਜ ਮੇਰਾ ਹਿਸਾਬ ਕਿਤਾਬ ਕਮਜ਼ੋਰ ਹੈ ਵੀ ਕਿੰਨੀ ਕੁ ਹੈ, ਤਾਂ ਉਹਨਾਂ ਨੇ ਦੱਸਿਆ ਵੀ 40%। ਵੀ ਡੀਸੀ ਸਾਹਿਬ ਕਹਿ ਰਹੇ ਹੈ 99% ਲਿਫਟਿੰਗ ਹੋ ਚੁੱਕੀ ਹੈ। ਤੇ ਇੱਥੇ ਅਬੋਹਰ ਮੰਡੀ ਦੇ ਵਿੱਚ ਜਿਹੜਾ ਐਕਚੁਅਲ ਫਿਗਰ ਹੈ ਔਨ ਗਰਾਊਂਡ ਉਹ ਹੈ 40% ਦਾ। ਤੇ ਮੈਂ ਥੋੜਾ ਜਿਹਾ ਇੱਕ ਹੋਰ ਉਦਾਹਰਨ ਦਿੰਦਾ। ਪਿਛਲੀ ਵਾਰੀ ਆਰਓ ਸੀਗੇ ਆਪਣੇ ਅਬੋਹਰ ਮੰਡੀ ਦੇ ਲਗਭਗ 35 ਆਰਓ ਸੀ। ਠੀਕ ਹੈ ਜੀ ਰਜਾ ਸਾਹਿਬ, ਸੁਰਿੰਦਰ ਜੀ, ਵਿਜੇ ਜੀ। ਤੇ ਇਸ ਵਾਰੀ ਮੇਰੇ ਖਿਆਲ 4 ਆਰਓ ਹੈ। ਉਹ ਨਾਗਪਾਲ ਸਾਹਿਬ ਕੀ ਹਾਲ ਹੈ? 4 ਆਰਓ ਹੈ ਜੀ। ਤੇ ਹੁਣ ਤੁਸੀਂ ਆਈਡੀਆ ਲਾ ਸਕਦੇ ਹੋ। ਹੁਣੇ ਅਜੀਤ ਸਿੰਘ ਜੀ ਗਦਾਡੋਬ ਤੋਂ ਕਿਸਾਨ ਭਰਾ ਹੈ ਇੱਥੇ, ਪਤਾ ਨਹੀਂ ਆਓ ਅਜੀਤ ਸਿੰਘ ਜੀ। ਇਹ ਮੈਨੂੰ ਦੱਸ ਰਹੇ ਸੀਗੇ ਗਦਾਡੋਬ ਪਿੰਡ ਤੋਂ ਅਜੀਤ ਜੀ ਸੋਮਵਾਰ ਨੂੰ ਇੱਥੇ ਆਏ ਸੀ। ਅੱਜ ਕਿਹੜਾ ਵਾਰ ਹੋ ਗਿਆ ਜੀ? ਅੱਜ ਸ਼ੁੱਕਰਵਾਰ ਹੋ ਗਿਆ। ਸੋਮਵਾਰ ਨੂੰ ਆਏ ਬੈਠੇ ਹੈ ਤੇ ਅੱਜ ਸ਼ੁੱਕਰਵਾਰ ਹੋ ਗਿਆ। ਟੋਟਲ ਜਿਵੇਂ ਗਵਰਨੈਂਸ ਮਤਲਬ ਆਮ ਆਦਮੀ ਦੀ ਸਰਕਾਰ ਦਾ ਜਿਹੜਾ ਜਦੋਂ ਇਲੈਕਸ਼ਨਾਂ ਦੇ ਟਾਈਮ ਇਹਨਾਂ ਨੇ ਕਿਹਾ ਵੀ ਬੈਟਰ ਗਵਰਨੈਂਸ, ਅਸੀਂ ਮਤਲਬ ਗਵਰਨੈਂਸ ਦੇ ਉੱਤੇ ਆ ਗਵਰਨੈਂਸ ਤੁਹਾਡੇ ਸਾਹਮਣੇ ਹੈ। ਜਿੰਨਾ ਝੋਨਾ ਅੱਜ ਦੇ ਦਿਨ ਅਬੋਹਰ ਦੀ ਮੰਡੀ ਦੇ ਵਿੱਚ ਮੌਜੂਦ ਹੈ, ਮੇਰੇ ਖਿਆਲ ਅੱਜ ਤੱਕ ਇੰਨੇ ਬੁਰੇ ਹਾਲਾਤ ਨਹੀਂ ਹੋਏ ਇੱਥੇ। ਤੇ ਮੈਂ ਡੀਸੀ ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ, ਐਸਡੀਐਮ ਸਾਹਿਬ ਨੂੰ ਵੀ, ਪ੍ਰਸ਼ਾਸਨ ਨੂੰ ਵੀ ਆ ਕੇ ਥੋੜਾ ਗੌਰ ਕਰੋ ਜਿਹੜੇ ਅਫਸਰ ਤੁਹਾਨੂੰ ਆંકੜੇ ਦੇ ਰਹੇ ਹੈ। ਕਿਉਂਕਿ ਚਲੋ ਇਹਦੇ ਵਿੱਚ ਡੀਸੀ ਸਾਹਿਬ ਦਾ ਕੀ ਮੈਂ ਦੋਸ਼ ਹੈ ਵੀ ਉਹ ਇੱਥੇ ਆਏ ਨਹੀਂ ਡੀਸੀ ਸਾਹਿਬ ਤਾਂ ਅੱਜ ਤੱਕ। ਤੇ ਉਹਨਾਂ ਨੂੰ ਜਿਹੜੇ ਆંકੜੇ ਦਿੱਤੇ ਗਏ ਉਹਨਾਂ ਨੇ ਦੱਸਤੇ ਵੀ ਪਲੀਜ਼ ਆਪਣੇ ਜਿਹੜੇ ਆંકੜੇ ਹੈ, ਜਿਹੜੇ ਅਫਸਰ ਤੁਹਾਨੂੰ ਆંકੜੇ ਦੇ ਰਹੇ ਚੈੱਕ ਕਰੋ, ਪੜਤਾਲ ਕਰੋ। ਆਹ ਗੱਲ ਮੈਂ ਵਿਧਾਨ ਸਭਾ ਦੇ ਵਿੱਚ ਵੀ ਕਹੀ ਸੀ ਜਦੋਂ ਬਜਟ ਸੈਸ਼ਨ ਹੋਇਆ ਸੀ। ਮੈਂ ਅਬੋਹਰ ਦੇ ਥੋੜਾ ਜਿਹਾ ਮੈਂ ਗੱਲ ਕਰੂੰਗਾ, ਬੱਸ ਅੱਡੇ ਦੇ ਮੈਂ ਇੱਕ ਪ੍ਰਸ਼ਨ ਲਾਇਆ ਸੀ ਵੀ ਕਿੰਨਾ ਕੰਮ ਹੋ ਚੁੱਕਿਆ। ਤੇ ਉਸ ਟਾਈਮ ਵੀ ਮੈਂ ਭਗਵੰਤ ਮਾਨ ਸਾਹਿਬ ਨੂੰ ਕਿਹਾ ਸੀ, ਉਹਨਾਂ ਨੇ ਮੈਨੂੰ ਰਿਟਨ ਜਵਾਬ ਦਿੱਤਾ ਸੀ ਵੀ 25% ਕੰਮ ਹੋ ਚੁੱਕਿਆ। ਉਹ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਕੰਮ ਜਿਹੜਾ ਹੋਇਆ ਸਿਰਫ 5% ਹੀ ਹੋਇਆ। ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਵੀ ਕਹਿੰਦਾ ਜਿਹੜੇ ਤੁਹਾਡੇ ਕੋਲੇ ਫਿਗਰਸ ਆ ਰਹੇ ਉਹਨਾਂ ਨੂੰ ਚੈੱਕ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿੰਨੂ ਮੰਡੀ ਅਬੋਹਰ 'ਚ ਕਿਸਾਨਾਂ ਦੀ ਹੁੰਦੀ ਲੁੱਟ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿੰਨੂ ਮੰਡੀ ਅਬੋਹਰ 'ਚ ਕਿੰਨੂ ਵਪਾਰੀਆਂ ਵੱਲੋਂ ਰੋਜ਼ ਕਿੰਨੂ ਦੀ ਘੱਟ ਰੇਟ ਤੇ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿੰਨੂ ਵਪਾਰੀਆਂ ਵੱਲੋਂ ਆਏ ਦਿਨ ਕਿੰਨੂ ਦੇ ਰੇਟ ਘਟਾ ਕੇ ਕਿੰਨੂ ਲੈ ਕੇ ਆਏ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ
ਕਿਸਾਨਾਂ ਦੀ ਲੁੱਟ ਬੰਦ ਨਹੀਂ ਹੁੰਦੀ ਉਦੋਂ ਤੱਕ ਉਹ ਕਿੰਨੂ ਮੰਡੀ ਨਹੀਂ ਚੱਲਣ ਦੇਣਗੇ। ਅਸੀਂ ਅਚਾਨਕ ਜਿਹੜਾ ਕਿੰਨੂ ਤੇ ਮਾਲਟਾ ਲੈ ਕੇ ਆਏ ਸੀ ਆਪਦਾ ਤੋੜ ਕੇ, ਵੀ ਹਾਲਾਤ ਦੇਖਣ ਦੇ ਮਾਰੇ ਸਾਨੂੰ ਵੱਡੀ ਮੁਸ਼ਕਲ ਇਹ ਆਉਂਦੀ ਵੀ ਜੇ ਕਿਸੇ ਨੂੰ ਕੰਪਲੇਂਟ ਕਰਨ ਲਈ ਕਹਿੰਦੇ ਸੀ ਤੇ ਕੋਈ ਕਿਸਾਨ ਕੰਪਲੇਂਟ ਨਹੀਂ ਸੀ ਕਰਦਾ। ਇਸ ਕਰਕੇ ਅੱਜ ਲਾਈਵ ਬੋਲੀ ਅਸੀਂ ਕਰਵਾਈ ਸੀਗੀ। ਪਰ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਜਿਹੜਾ ਕੱਲ ਜਿਹੜਾ ਕਿੰਨੂ ਇੱਥੇ ਵਿਕਿਆ ਹੈ ਮਾਲਟਾ ਜਾਂ ਵਿਕਿਆ 25 ਰੁਪਏ ਪਲੱਸ ਵਿਕਿਆ, ਤੇ ਅੱਜ ਉਹੀ ਕਿੰਨੂ ਜਿਹੜਾ ਜਾਂ ਮਾਲਟਾ ਸੀਗਾ, ਮਾਲਟੇ ਦਾ ਰੇਟ ਅੱਜ 32-33 ਤੁਹਾਡੇ ਸਾਹਮਣੇ ਆ ਗਿਆ, ਵੀ 7-8 ਰੁਪਏ ਡਾਊਨ ਆ ਗਿਆ। ਇਹੀ ਅਸੀਂ ਰੋਕਣਾ ਵੀ ਇੱਕ ਦਿਨ ਦੇ ਵਿੱਚ 10 ਰੁਪਏ ਚੜ੍ਹ ਜਾਂਦਾ, ਇੱਕ ਦਿਨ ਦੇ ਵਿੱਚ 10 ਰੁਪਏ ਘਟ ਜਾਂਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਸੀਂ ਅੰਚਤ ਅੱਜ ਏਰੀਆ ਚੈੱਕ ਕੀਤਾ, ਡੀਸੀ ਸਾਹਿਬ ਨਾਲ ਵੀ ਗੱਲ ਕਰਾਂਗੇ, ਐਸਡੀਐਮ ਸਾਹਿਬ ਨਾਲ ਵੀ ਗੱਲ ਕਰਾਂਗੇ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਇੱਕ ਸੁਚਾਰੂ ਢੰਗ ਨਾਲ ਮੰਡੀ ਚਲਾਉਣ ਦੀ, ਤੇ ਜੋ ਬਾਹਰੋਂ ਜਿਹੜਾ ਮਾਲ ਜਾ ਰਿਹਾ, ਜਿਹੜਾ ਸਸਤਾ ਮਾਲ ਖੇਤਾਂ ਵਿੱਚੋਂ ਜਾ ਰਿਹਾ, ਉਹਨਾਂ ਵਾਸਤੇ ਵੀ ਕੋਈ ਨਾ ਕੋਈ ਹੈਬਿਟ ਕਰਾਂਗੇ ਅਸੀਂ, ਭਲਾ ਸਾਨੂੰ ਬੈਰੀਅਰ ਜਿੰਨੇ ਵੀ ਆਪਣੇ ਹੈਗੇ ਨੇ, ਹਰਿਆਣੇ ਦਾ ਹੋ ਗਿਆ, ਚਾਹੇ ਆਪਣਾ ਰਾਜਸਥਾਨ ਦਾ ਹੋ ਗਿਆ, ਜਾਂ ਜੋ ਪੰਜਾਬ 'ਚ ਜਾਂਦਾ, ਉਹਦਾ ਵੀ ਸਾਨੂੰ ਪਤਾ ਲੱਗੇ ਵੀ ਕਿਸ ਰੇਟ ਮੰਡੀ 'ਚ ਕੀ ਚੱਲ ਰਿਹਾ ਤੇ ਖੇਤਾਂ 'ਚ ਕੀ ਚੱਲ ਰਿਹਾ। ਅਸੀਂ ਜੋ ਵੀ ਰੇਟ ਦਾ ਹਾਲਾਤ ਦੇਖਣੇ, ਉਹਦੇ ਵਿੱਚ ਇਹ ਦੇਖਣੇ ਮੰਡੀ ਦੇ ਨਾਲ ਤੇ ਖੇਤਾਂ ਦਾ ਤਾਲਮੇਲ ਬਣਿਆ ਰਵੇ। ਇਹ ਨਾ ਹੋਵੇ ਵੀ ਉੱਥੋਂ ਘੱਟ ਸਸਤਾ ਲਈ ਜਾਂਦੇ ਨੇ ਤੇ ਸਾਡੀ ਮੰਡੀ ਦਾ ਰੇਟ ਖਰਾਬ ਕਰਨ। ਇਸ ਕਰਕੇ ਅਸੀਂ ਅੱਜ ਆਪਣਾ ਮਾਲ ਲੈ ਕੇ ਆਏ ਸੀਗੇ, ਤੇ ਉਹਦੇ ਵਿੱਚ ਮਾਲਟਾ ਜਿਹੜਾ ਹੈਗਾ ਸਾਡਾ 33.5 ਰੁਪਏ ਵਿਕਿਆ, ਤੇ ਕਿੰਨੂ ਇਹਨਾਂ ਨੇ ਰੰਗੀਨ ਸੀਗਾ, ਬਟਰ ਕੱਟ ਕੱਟੀ ਸੀਗੀ, ਉਹ ਇਹਨਾਂ ਨੇ 20 ਰੁਪਏ ਖਰੀਦਿਆ। ਤੇ ਕੱਲ ਉੱਦਾਂ ਦਾ ਹੀ ਕਿੰਨੂ ਸੀਗਾ, ਉਦੋਂ ਮਾੜਾ ਸੀਗਾ, ਤੇ ਇਹਨਾਂ ਨੇ 25-26 ਵੀ ਖਰੀਦਿਆ। ਇਸ ਹਾਲਾਤ ਨੂੰ ਦੇਖਦੇ ਹੋਏ ਅਸੀਂ ਅਗਲੇ ਪਾਸੇ ਰਣਨੀਤੀ ਹੁਣ ਮੰਡੀ ਵਾਸਤੇ ਵਧੀਆ ਤਿਆਰ ਕਰਾਂਗੇ। ਕੀ ਕਰਦੇ ਭਾਰਤ ਪਾਕ ਸੀਮਾ ਦੇ ਨਾਲ ਲੱਗਦੇ ਪੰਜਾਬ ਦੇ 6 ਜ਼ਿਲ੍ਹਿਆਂ ਦੀ 21,600 ਏਕੜ ਵਾਲੀ ਯੋਗ ਜ਼ਮੀਨ ਜੋ ਤਾਰਾਬੰਦੀ ਦੇ ਚੱਲਦੇ ਉਸ ਪਾਰ ਚਲੀ ਗਈ ਸੀ, ਉਸ ਨੂੰ ਹੁਣ ਕਿਸਾਨਾਂ ਦੀ ਹੱਦ ਵਿੱਚ ਲਿਆਉਣ ਲਈ ਤਿਆਰੀ ਚੱਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਾਬਾਦ ਵਿੱਚ ਗ੍ਰਹਿ ਮੰਤਰੀਆਂ ਦੀ ਰਾਸ਼ਟਰੀ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਕੰਡਿਆਲੀ ਤਾਰ ਅਤੇ ਅਸਲ ਸਰਹੱਦ ਦੇ ਵਿੱਚ ਦੀ ਦੂਰੀ ਨੂੰ ਘਟਾਉਣ ਦੀ ਅਪੀਲ ਕੀਤੀ ਅਤੇ ਉੱਥੇ ਹੀ ਪੰਜਾਬ ਸਰਕਾਰ ਦੇ ਅਫਸਰਾਂ ਵੱਲੋਂ ਇਹ ਪ੍ਰਸਤਾਵ ਕੇਂਦਰ ਨੂੰ ਭੇਜਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ। ਕੀ ਕਹਿਣਾ ਚਾਹੁੰਦੇ? ਪ੍ਰਪੋਜ਼ਲ ਠੀਕ ਹੈ ਜੀ। ਹੁਣ ਇਹ ਚਾਹੀਦਾ ਵਾ ਵੀ ਬੀਐਸਐਫ ਦਾ ਜਿਹੜਾ ਅੱਗੇ ਰਸਤਾ ਹੈ ਨਾ ਟਰੈਕ ਦਾ, ਉਹੀ ਬਸ ਅੱਗੇ ਛੱਡਣਾ ਚਾਹੀਦਾ। ਕਿਸਾਨ ਦੀ ਜ਼ਮੀਨ ਅੱਗੇ ਨਹੀਂ ਛੱਡਣੀ ਚਾਹੀਦੀ, ਕਿਉਂਕਿ ਉਹਦੇ ਵਿੱਚ ਬੜੀ ਮਦਦ ਮਿਲੇਗੀ। ਇੱਕ ਤੇ ਕਾਟਾਂ ਤੋਂ ਛੁਟਕਾਰਾ ਹੋ ਜਾਏਗਾ, ਦੂਜਾ ਜ਼ਮੀਨ ਜਿਹੜੀ ਆ ਉਹ ਸਾਡੀ ਬਾਹਰ ਨਿਕਲ ਆਏਗੀ, ਤੇ ਜਿਹੜਾ ਸਾਨੂੰ ਗਾਰਡ ਲੈਣੀ ਪੈਂਦੀ ਉਹ ਵੀ ਨਾ ਲੈਣੀ ਪਵੇਗੀ। ਉਹ 'ਚ ਸਾਨੂੰ ਬਹੁਤ ਫਾਇਦਾ ਹੋਏਗਾ। ਤੇ ਕੋਈ ਸਮੇਂ ਦਾ ਵੀ ਪਾਬੰਦ ਵੀ ਹੁੰਦਾ ਜਦੋਂ ਜਾਂਦੇ ਹੋ? ਸਮੇਂ ਦਾ ਤੇ ਬਹੁਤ ਆ ਜੀ। ਕਹਿ ਦਿੰਦੇ ਆ 7 ਵਜੇ ਤੇ ਗੇਟ ਖੋਲਣ ਦੇ ਹੁੰਦੇ ਆ 9-10 ਵਜੇ। ਫਿਰ ਮੁਸ਼ਕਲਾਂ ਆਉਂਦੀਆਂ ਉੱਧਰ ਜਾ ਕੇ? ਬਹੁਤ ਮੁਸ਼ਕਲ ਆ ਜੀ। ਤੇ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਸਾਡੀ ਉੱਥੇ ਜੇ ਸਮਝੋ ਤੇ ਬਿਜਤੀ ਵੀ ਆ, ਇਹ ਵੀ ਸਾਡੀ ਹਰ ਚੀਜ਼ ਜਿਹੜੀ ਆ, ਜਿਸ ਤਰ੍ਹਾਂ ਸਾਡਾ ਖਾਣਾ ਵਾ ਉਹਨੂੰ ਚੈੱਕ ਕੀਤਾ ਜਾਂਦਾ, ਹਰ ਚੀਜ਼ ਨੂੰ, ਤਾਂ ਮੁਸ਼ਕਲ ਹੀ ਹੈ। ਤੇ ਕੀ ਲੱਗਦਾ ਤੁਹਾਨੂੰ, ਕੇਂਦਰ ਸਰਕਾਰ ਮੰਨੇਗੀ ਪ੍ਰਪੋਜ਼ਲ ਜਾਂ ਮੰਨਣਾ ਚਾਹੀਦਾ ਉਹਨੂੰ? ਮੰਨਣਾ ਚਾਹੀਦਾ ਜੀ। ਅਸੀਂ ਤਾਂ ਕਹਿੰਦੇ ਆ ਜੇ ਨਹੀਂ ਵੀ ਤੇ ਜਿੱਥੇ ਲੱਗੀ ਆ ਉਦੋਂ ਅੱਗੇ ਜ਼ਮੀਨ ਦੇ ਪੈਸੇ ਦੇ ਦੇ, ਸਮਝੋ ਜ਼ਮੀਨ ਪਿੱਛੇ ਦੇ ਦੇ, ਤੇ ਜ਼ਮੀਨ ਬਿਨਾਂ ਸ਼ੱਕ ਆਪ ਰੱਖ ਲੈ। ਸਾਨੂੰ ਤੇ ਇਹੋ ਹੀ ਚੰਗਾ ਲੱਗਦਾ ਕਿ ਤਾਰ ਅੱਗੇ ਚੱਲ ਜੇ ਤੇ ਸਾਡੀਆਂ ਦਿੱਕਤਾਂ ਮੁੱਕ ਜਾਂਦੀਆਂ, ਕਿਉਂ ਫਿਰ ਸਾਨੂੰ ਇੱਕ ਤੇ ਆਇਡੈਂਟੀ ਕਾਰਡ ਨਹੀਂ ਬਣਾਉਣੇ ਪੈਂਦੇ, ਕਿਉਂ ਇਹਨਾਂ ਨੂੰ ਫਿਰ ਇਸ ਤਰ੍ਹਾਂ ਪੁੱਛ ਕੇ ਹੀ ਜਾ ਸਕਦੇ ਹਾਂ ਗਾੜੀ। ਉਹ ਤਾਂ ਸਾਨੂੰ ਪਹਿਲਾਂ ਕਿਸਾਨ ਕਾਰਡ ਬਣਾਉਣਾ ਪੈਂਦਾ, ਫਿਰ ਲੇਬਰ ਕਾਰਡ ਬਣਾਉਣੇ ਪੈਂਦੇ ਆ, ਤੇ ਜੇ ਲੇਬਰ ਕਾਰਡ ਨਾ ਹੋਏ ਅਗਲੇ ਨੂੰ ਤੁਹਾਡਾ ਟਰੈਕਟਰ ਮੋੜ ਦੇਣਾ, ਲੱਗਣਾ ਜਾਓ। ਹੋਰ ਕਿਹੜੀ ਮੁਸ਼ਕਲ ਆਉਂਦੀ ਹੈ? ਹੋਰ ਮੁਸ਼ਕਲ ਮਹਾਰਾਜ ਇਹੋ ਹੀ ਆ ਵੀ ਰਾਤ ਦੇ ਟਾਈਮ ਜਿਹੜਾ ਵਾ ਉਹ ਸਹੀ ਰੱਖਣਾ। ਕਿੰਨਾ ਟਾਈਮ ਹੈਗਾ ਵਾ ਹੁਣ? ਉਸ ਤਰ੍ਹਾਂ ਇਹਨਾਂ ਦਾ ਜੇ ਤਾਰੋਂ ਪਾਰ ਦਾ ਟਾਈਮ ਜੇ ਸਾਨੂੰ ਲੰਘਾਉਣ ਤੇ ਇਹਨਾਂ ਨੇ 11 ਵਜੇ ਲੰਘਾਉਣਾ ਤੇ 3:30 ਪੌਣੇ 4 ਇੱਧਰ ਕੱਢ ਦੇਣਾ। ਤੇ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਪ੍ਰਪੋਜ਼ਲ ਮੰਨੂਗੀ ਪੰਜਾਬ ਸਰਕਾਰ ਦੀ? ਦੇਖੋ ਜੀ, ਭੇਜੇ ਆ ਜੇ ਤੇ ਮੰਨ ਜਾਓ ਤਾਂ ਸਭ ਵਧੀਆ। ਅਸੀਂ ਕਹਿੰਦੇ ਵੀ ਜਲਦੀ ਤੋਂ ਜਲਦੀ ਸਭ ਜਿੰਨੀ ਤਾਰ ਅੱਗੇ ਹੋ ਜੇ ਸਾਨੂੰ ਉਹਦਾ ਹੀ ਫਾਇਦਾ, ਕਿਉਂ ਉਧਰ ਝੋਨਾ ਲਾਉਣ ਨੂੰ ਵੀ ਫਿਰ ਮਿਲ ਜਾਂਦੀ ਪਰਮਿਸ਼ਨ। ਵੈਸੇ ਬੋਰ ਕਰਾਉਣਾ ਆਏ ਉਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਆ, ਫਿਰ ਸੀਓ ਨੂੰ ਪੁੱਛਣਾ, ਸੀਓ ਨੇ ਗਾਂਹ ਪੁੱਛਣਾ, ਉਹ ਬਹੁਤ ਜ਼ਿਆਦਾ ਦਿੱਕਤ ਆ। ਹੁਣ ਸਾਨੂੰ ਕਿੰਨੇ ਦਿਨ ਹੋ ਗਏ ਜੇ ਆਪਾਂ ਆਇਡੈਂਟੀ ਕਾਰਡ ਬਣਨ ਵਾਸਤੇ ਦਿੱਤੇ ਆ, 3 ਵਾਰ ਅਸੀਂ ਪੁਲਿਸ ਰਿਪੋਰਟਾਂ ਕਰਾ ਕੇ ਦੇ ਦਿੱਤੀਆਂ ਨੇ, ਤੇ ਅਜੇ ਕੋਈ ਪੱਕੀ ਆਸ ਨਹੀਂ ਕਿ ਉਹ ਆਇਡੈਂਟੀ ਕਾਰਡ ਬਣ ਕੇ ਆਉਣਗੇ ਜਾਂ ਨਾ ਆਉਣਗੇ। ਪਹਿਲਾਂ ਕਿਸਾਨ ਕਾਰਡ ਬਣੇਗਾ, ਉਹਦਾ ਨੰਬਰ ਉੱਥੇ ਚੜੇਗਾ, ਉਹਦੇ ਨੰਬਰ ਤੇ ਫਿਰ ਸਾਡੇ ਗਾਂਹ ਲੇਬਰ ਕਾਰਡ ਬਣਨਗੇ। ਇਹ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੈ, ਕਿਉਂ ਫਿਰ ਬਿਜਲੀ ਦੀ ਵੀ ਸਪਲਾਈ ਅੱਗੇ ਜਾ ਸਕਦੀ ਆ, ਸਾਰਾ ਕੁਝ ਹੀ ਹੋ ਸਕਦਾ। ਇਹ ਤੇ ਬਹੁਤ ਵਧੀਆ ਜੇ ਕੰਮ ਕਰ ਦੇਣ ਤੇ ਬਹੁਤ ਚੰਗਾ। ਕੇਂਦਰ ਸਰਕਾਰ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ, ਕਿਉਂਕਿ ਸਾਨੂੰ ਕਦੀ ਕਿਸਾਨ ਕਾਰਡ ਬਣਾਉਣਾ ਪੈਂਦਾ, ਕਦੀ ਆਧਾਰ ਕਾਰਡ, ਬੜਾ ਪੰਗਾ ਸਾਨੂੰ ਕਈ ਵਾਰੀ ਅਰਜੀ ਲਿਖ ਕੇ ਪਿੱਛੇ ਸਰਪੰਚ ਦੇ ਸਾਈਨ ਕਰਾ ਕੇ ਲਿਆਉਣੇ ਪੈਂਦੇ ਆ।
ਇਹ ਤਾਰੋਂ ਪਾਰ ਲੰਘਣਾ ਪੈਂਦਾ। ਇਹ ਜੇ ਤਾਰ ਮਸਾ ਐਂਡ ਤੇ ਮਤਲਬ ਜ਼ੀਰੋ ਲਾਈਨ ਦੇ ਬਰਾਬਰ ਉੱਥੇ ਹੋ ਜੇ ਫਿਰ ਸਾਨੂੰ ਬਹੁਤ ਵਧੀਆ ਗੱਲ ਆ ਵੀ ਸਾਨੂੰ ਸੌਖੀ ਜ਼ਮੀਨ ਆਉਣੀ ਹੋ ਜਾਏਗੀ ਉੱਥੋਂ। ਇਸ ਤੋਂ ਇਲਾਵਾ ਕੀ ਹੋਰ ਮੁਸ਼ਕਲ ਆਉਂਦੀ ਕਾਰਡ ਤੋਂ ਇਲਾਵਾ ਹੋਰ ਕੋਈ ਮੁਸ਼ਕਲ ਟਾਈਮ ਦੀ ਜਾਂ ਕਿਸੇ ਹੋਰ ਟਾਈਮ ਤੁਹਾਨੂੰ ਪਤਾ ਵੀ ਸਵੇਰੇ ਨਾ 8 ਵਜੇ ਦਾ ਵੈਸੇ ਟਾਈਮ ਉਦਾਂ ਵੱਧਾ ਵਾ ਤੇ ਤਾਂ ਵੀ 10 ਚੱਕ ਚੁੱਕ ਕਰਦੇ 10 ਵੱਜ ਜਾਂਦੇ ਤੇ ਕੰਮ ਤੁਹਾਨੂੰ ਪਤਾ ਧੁੱਪੇ ਫਿਰ ਕਰਨਾ ਪੈਂਦਾ ਉੱਥੇ ਪੈਲੀ 'ਚ। ਜੇ ਇਹ ਕੰਮ ਨਾ ਕਾਟਾਂ ਕੂਟਾਂ ਵਾਲਾ ਨਾ ਕੰਮ ਲੈਣ ਹੀ ਮਤਲਬ ਤਾਰ ਪਰੇ ਤੁਰ ਜੇ ਦੂਰ ਤੇ ਫਿਰ ਸਾਨੂੰ ਮਜ਼ਾ ਹੋ ਜਾਏਗਾ ਜਦੋਂ ਮਰਜ਼ੀ ਆਪਾਂ ਮਤਲਬ ਵਾਹ ਵੂਲਾਂ ਕਰਾਂਗੇ ਜ਼ਮੀਨ। ਤੁਹਾਨੂੰ ਲੱਗਦਾ ਕੇਂਦਰ ਸਰਕਾਰ ਮੰਨੂ ਇਹ ਪ੍ਰਪੋਜ਼ਲ? ਇਹ ਤਾਂ ਹੁਣ ਮੰਨ ਲੈਣਾ ਚਾਹੀਦਾ ਕਿਸਾਨਾਂ ਵਾਸਤੇ ਮਤਲਬ ਵੀ ਸਾਡੇ ਥੋੜਾ ਬਹੁਤਾ ਕਰੇ ਤਾਂ ਚੰਗਾ ਹੀ ਆ ਕੰਮ। ਤਰਨਤਾਰਨ ਜ਼ਿਲ੍ਹੇ ਦੇ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਮੀਆਂਵਿੰਡ ਵਿਖੇ ਇੱਕ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਸੁਖਜੀਤ ਸਿੰਘ ਉਮਰ 35 ਸਾਲ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੀਆਂਵਿੰਡ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਤੇ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ, ਜਿਸ ਦਾ ਮੀਆਂਵਿੰਡ ਦੇ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਇਲਾਜ ਵੀ ਚੱਲ ਰਿਹਾ ਸੀ। ਸੁਖਜੀਤ ਸਿੰਘ ਹੀ ਇਹਨਾਂ ਦਾ ਨਾਮ। ਕਿੱਦਾਂ ਮੌਤ ਹੋਈ ਇਹਨਾਂ ਦੀ? ਇਹਨਾਂ ਦੀ ਮੌਤ ਨਸ਼ੇ ਨਾਲ ਹੀ ਹੋਈ ਹੈ ਜੀ। ਨਸ਼ਾ ਬਹੁਤ ਜ਼ਿਆਦਾ ਕਰਨਾ ਚਿਰ ਤੋਂ ਹੀ ਕਰਦੇ ਸੀ, 20-25 ਸਾਲ ਹੀ ਹੋ ਗਏ ਕਰਨ ਦੇ ਨਾਲ ਹੀ ਉਹ ਸਿਹਤ ਢਿੱਲੀ ਹੋ ਗਈ ਆ ਤੇ ਅਸੀਂ ਤਰਨਤਾਰਨ ਲੈ ਕੇ ਗਏ ਹਸਪੀਟਲ। ਉੱਥੇ ਸਵੇਰੇ ਖੜਿਆ ਵਾ 10 ਵਜੇ ਤੇ ਸ਼ਾਮ ਨੂੰ 8-9 ਵਜੇ ਡੈਥ ਹੋ ਗਈ ਆ। ਨਸ਼ਾ ਛਡਾਊ ਕੇਂਦਰ 'ਚ ਇਹਦਾ ਇਲਾਜ ਚੱਲਦਾ ਹੈ? ਹਾਂਜੀ, ਪਿੰਡ ਹੀ ਹਸਪਤਾਲ ਜਿਹੜੀ ਦਵਾਈ ਮਿਲਦੀ ਆ ਉਹ ਇਹ ਖਾਂਦਾ ਸੀ। ਪਹਿਲਾਂ ਤੇ 6 ਗੋਲੀਆਂ ਸੀ, ਮੁੜ ਕੇ ਉਹਨਾਂ ਨੇ ਥੋੜ੍ਹੀਆਂ ਘੱਟ ਕੀਤੀਆਂ ਸੀ। ਉਹ ਖਾ ਕੇ ਵੀ ਇਹ ਹੋਰ ਜਿਹੜਾ ਨਸ਼ਾ ਪੂਰਾ ਕਰਕੇ ਹੀ ਆਉਂਦਾ ਸੀ ਆਪਣਾ, ਮਤਲਬ ਜਿੰਨਾ ਵੀ ਕਰ ਸਕਦਾ ਸੀ। ਕਿੰਨੀ ਸਿਹਤ ਇਹਦੀ ਕਦੋਂ ਢਿੱਲੀ ਹੁੰਦੀ ਹੈ ਤੇ ਕਦੋਂ ਮੌਤ ਹੁੰਦੀ ਬਾਅਦ? ਸਿਹਤ ਇਹਦੀ 2-3 ਦਿਨ ਤੋਂ ਪਹਿਲਾਂ ਵੀ ਹੋਈ, ਇਲਾਜ ਕਰਾਇਆ ਸੀ। 2-3 ਦਿਨ ਤੋਂ ਦਰਦ ਕਹਿੰਦਾ ਸੀ ਹੁੰਦੀ ਆ ਤੇ ਪਰ ਹਸਪਤਾਲ ਇਲਾਜ ਲਈ ਨਹੀਂ। ਮੌਤ ਹੋਈ ਇਹਦੀ? ਇਹਨਾਂ ਦੀ ਮੌਤ ਜੀ ਸ਼ੁਰੂ ਤੋਂ ਨਸ਼ਾ ਲਾ ਲਿਆ। ਨਸ਼ੇ ਦੇ ਕਾਰਨ ਬਹੁਤ ਪਰਿਵਾਰ ਵੀ ਦੁਖੀ ਰਿਹਾ ਤੇ ਆਪ ਵੀ ਦੁਖੀ ਰਿਹਾ, ਅੱਤ ਦੇ ਦੁਖੀ ਰਹੇ ਇਹਦੇ ਹੱਥੋਂ। ਤੇ ਇਲਾਜ ਵੀ ਬਹੁਤ ਕਰਵਾਇਆ ਤੇ ਨਸ਼ਾ ਸਰਕਾਰੀ ਵੀ ਖਾਦਾ ਤੇ ਅਲੱਗ ਲੈ ਕੇ ਘਰੋਂ ਵੀ ਖਾਦਾ ਤੇ ਖੀਰ ਦੀ ਬਾਕੀ ਮਾਰ ਮੁਕਾਇਆ ਇਹਨੇ। ਅੱਛਾ, ਇਹ ਨੌਜਵਾਨ ਜਿਹੜਾ ਕਿੰਨੇ ਚਿਰ ਤੋਂ ਨਸ਼ਾ ਕਰਦਾ ਹੈ? ਹਾਂਜੀ, ਇਹਨੂੰ ਹੋ ਗਏ ਆ 20 ਸਾਲ ਹੀ ਹੋ ਗਏ ਨਸ਼ਾ ਕਰਦੇ ਨੂੰ। ਇਲਾਜ ਲੂਜ ਤੁਹਾਡੇ ਤੋਂ ਕਰਵਾਇਆ ਗਿਆ ਕੋਈ? ਬਹੁਤ ਇਲਾਜ ਕਰਵਾਇਆ। ਤੁਹਾਡਾ ਕੀ ਲੱਗਦਾ ਇਹ? ਕਰ ਤੋਂ ਗਿਆ ਸਾਡਾ ਦੋਤਾ ਹੀ ਜੀ ਵੈਗਰੂ। ਹੂੰ, ਕੀ ਵਿਆਹ ਹੈ? ਹਾਂਜੀ, ਵਿਆਹਿਆ ਸੀ, ਬੱਚਾ ਵਾ ਇਹਦਾ। ਅੱਛਾ, ਹਾਂ। ਕੀ ਮੰਗ ਕਰਨੀ ਚਾਹੁੰਦੇ ਸਰਕਾਰ ਕੋਲੋਂ? ਮੰਗ ਕਰਨੀ ਚਾਹੁੰਦੀ ਕਿ ਨਸ਼ਾ ਬੰਦ ਕੀਤਾ ਜਾਵੇ। ਅੱਜ ਮਾਵਾਂ ਬੜੀਆਂ ਦੁਖੀ ਆ, ਅੱਜ ਭੈਣਾਂ ਬੜੀਆਂ ਦੁਖੀ ਆ ਇਸ ਨਸ਼ੇ ਦੇ ਹੱਥੋਂ। ਤੇ ਅੱਜ ਜਿਹੜੀਆਂ ਮਗਰ ਲੱਗਣ ਵਾਲੀਆਂ ਹੱਥੀਂ ਚੂੜੇ ਤੇ ਸਾਡੇ ਕੋਲ ਜਰੀਆਂ ਨਹੀਂ ਜਾ ਰਹੀਆਂ। ਬਹੁਤ ਅੱਤ ਦੇ ਦੁਖੀ ਹੋ ਗਏ ਅਸੀਂ ਇਹ ਨਸ਼ੇ ਦੇ ਹੱਥੋਂ। ਸਾਡੇ ਘੁੰਦੇ ਜਾ ਰਹੇ ਆ, ਸਾਡੀ ਨੌਜਵਾਨੀ ਗਰਕ ਹੁੰਦੀ ਜਾ ਰਹੀ ਆ। ਵੇਖੋ ਜਿਹੜੀ ਸੁਖਜਿੰਦਰਜੀਤ ਸਿੰਘ ਦੀ ਮੌਤ ਹੋਈ ਅੱਜ, ਇਹ ਸਾਡੇ ਪਿੰਡ ਜਿਹੜਾ ਸ਼ਹਿਰਿਆਂ ਨਸ਼ਾ ਵਿਕਣ ਡਿਆ ਵਾ, ਬਹੁਤ ਵੱਡੀ ਪੱਧਰ ਤੇ ਨਸ਼ਾ ਵਿਕਣ ਡਿਆ। ਕੱਲ੍ਹ ਵੀ ਇੱਕ ਮੌਤ ਹੋਈ, ਇੱਕ ਫਿਰ ਅੱਜ ਫਿਰ ਮੌਤ ਹੋਈ ਆ। ਇਸੇ ਤਰ੍ਹਾਂ ਰੋਜ਼ਾਨਾ ਸਾਡੇ ਪਿੰਡ 'ਚ ਮੌਤਾਂ ਹੋ ਰਹੀਆਂ, ਵੱਡੇ ਪੱਧਰ ਤੇ ਹੋਣ ਡੀਆਂ। ਨਾਲ ਇਹਦੇ ਸਾਡੇ ਪਿੰਡ ਦੀਆਂ ਜਨਾਨੀਆਂ ਬੀਬੀਆਂ ਜਿਹੜੀਆਂ ਉਹ ਵੀ ਨਸ਼ਾ ਵੇਚਣ ਡੀਆਂ। ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਾਂ ਵੀ ਇਹਨੂੰ ਨਸ਼ੇ ਨੂੰ ਬੰਦ ਕੀਤਾ ਜਾਵੇ। ਕੋਈ ਨਸ਼ਾ ਨਹੀਂ ਬੰਦ ਹੋਣ ਡਿਆ। ਜਿਸ ਤਰ੍ਹਾਂ ਅਕਾਲੀ ਕਾਂਗਰਸ ਇਹ ਸਰਕਾਰ ਵੇਚਦੀ, ਉਸੇ ਤਰ੍ਹਾਂ ਹੀ ਹੋਣਾ ਆਮ ਪਾਰਟੀ ਜਿਹੜੀ ਇਹ 'ਚ ਵੀ ਨਸ਼ਾ ਵਿਕਣ ਡਿਆ ਵਾ। ਘਰ ਘਰ ਜਿਹੜੇ ਸਤਰ ਵੇਚੇ ਜਾ ਰਹੇ ਆ, ਜਿਹੜੇ ਨੌਜਵਾਨਾਂ ਨੇ ਸਾਡੀਆਂ ਡੈੱਡ ਬਾਡੀਆਂ ਚੁੱਕ ਕੇ ਸਾਨੂੰ ਮੜੀਆਂ ਨੂੰ ਖੜਨਾ ਹੈਗਾ। ਅੱਜ ਕੀ ਹਾਲਾਤ ਬਣ ਗਏ ਆ ਇਹਨਾਂ ਨੌਜਵਾਨਾਂ ਜਿਹੜੇ 32 35 ਸਾਲ ਦੇ ਆ, ਉਹਨਾਂ ਪੁੱਤਾਂ ਦੀਆਂ ਅਸੀਂ ਲਾਸ਼ਾਂ ਚੁੱਕ ਕੇ ਮੜੀਆਂ ਨੂੰ ਲੈ ਕੇ ਜਾਣ ਡਿਆ। ਨਿਕੰਮੀਆਂ ਬੁੱਚੜ ਸਰਕਾਰਾਂ ਦੇ ਕਰਕੇ ਜਿਹੜੀਆਂ ਕਹਿੰਦੇ 4 ਹਫ਼ਤਿਆਂ ਨਸ਼ਾ ਖਤਮ ਕਰ ਦਾਂਗੇ, ਕੋਈ ਇਹਨਾਂ ਨਸ਼ਾ ਖਤਮ ਨਹੀਂ ਕੀਤਾ। ਬਹੁਤ ਵੱਡੇ ਪੱਧਰ ਤੇ ਨਸ਼ਾ ਵਿਕਣ ਡਿਆ। ਘਰ ਘਰ ਨਸ਼ਾ ਆ ਗਿਆ। ਜਿੱਥੋਂ ਮਰਜ਼ੀ ਨਸ਼ਾ ਜਿਹੜਾ ਆਰਾਮ ਨਾਲ ਮਿਲ ਜਾਂਦਾ। ਸਮੈਕ ਟੀਕੇ ਜਿਹੜੇ ਮਰਜ਼ੀ ਘਰੋਂ ਲੈ ਲਓ। BSF ਵੱਲੋਂ ਕਰਵਾਏਗੀ ਮੈਰਾਥਨ ਅਟਾਰੀ ਸਰਹੰਦ ਪਹੁੰਚੀ। ਮੈਰਾਥਨ 'ਚ ਲੜਕੀਆਂ, ਲੜਕੇ ਅਤੇ ਬਜ਼ੁਰਗ ਔਰਤਾਂ, ਮਰਦਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਦੌੜਾਕਾਂ ਦੀ ਸਹੂਲਤ ਲਈ BSF ਅਤੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਪਾਣੀ, ਫਲ, ਫਰੂਟ ਅਤੇ ਐਂਬੂਲੈਂਸ ਗੱਡੀਆਂ ਵੱਡੀ ਗਿਣਤੀ 'ਚ ਮੌਜੂਦ ਸਨ। ਮੈਰਾਥਨ ਦੌੜ 42 ਕਿਲੋਮੀਟਰ ਗੋਲਡਨ ਗੇਟ ਅੰਮ੍ਰਿਤਸਰ ਤੋਂ ਅਟਾਰੀ ਸਰਹੱਦ ਤੱਕ, ਦੂਸਰੀ 21 ਕਿਲੋਮੀਟਰ ਛਿਆਟਾ ਬਾਈਪਾਸ ਤੋਂ ਅਟਾਰੀ ਸਰਹੱਦ ਤੱਕ ਅਤੇ ਤੀਸਰੀ ਮੈਰਾਥਨ ਦੌੜ 10 ਕਿਲੋਮੀਟਰ ਬੱਲੇ ਬੱਲੇ ਢਾਬਾ ਲਾਹੌਰੀ मल तो अटारी सरहद तक करवाई गई। पहले तो कहाँ से हो, क्या कहना चाहते हैं ये मैराथन को लेकर? सर, मेरा नाम चित्रा है और मैं बॉर्डर सिक्योरिटी फोर्स से ही हूँ एज ए महिला कांस्टेबल।
और मैं जो लोग सो रहे हैं, आपने भी सवाल किया था, उनको जवाब देना चाहूँगी, सुबह उठने और उठ के अपनी फिटनेस का पूरा ध्यान रखें। फिटनेस अपने लिए बहुत ज़रूरी है सर। ये कितने किलोमीटर की दौड़ है? ये 21 किलोमीटर दौड़ है सर। तो आजकल जो युवा नशे में डूबे पड़े हैं पंजाब में, हिंदुस्तान में, क्या महसूस है? नशा छोड़ के नशा छोड़ के सर अपने स्वास्थ्य का ध्यान रखें, मेरे लिए उनके लिए यही मैसेज है सर। का दिन एक महत्वपूर्ण दिन है। आज आप अपने सामने देख रहे हैं, अभी फुल मैराथन का फ्लैग ऑफ हुआ है। थोड़ी देर के बाद हाफ मैराथन और इसके थोड़ी देर के बाद 10 किलोमीटर का भी रन का उद्घाटन किया जाएगा। ये सारे रनर्स अटारी बॉर्डर पर अपने दौड़ को समाप्त करेंगे और इनका पुरस्कार वितरण 9:30 बजे किया जाएगा। और आज आप देख रहे हैं कि कितना उत्साह से लोग पार्टिसिपेट कर रहे हैं। बीएसएफ पिछले 1 साल से ये कार्यक्रम प्रारंभ किया है। आज का एक दौड़ का थीम है हैंड इन हैंड विद बॉर्डर पॉपुलेशन। ये एक प्रयास है बॉर्डर पॉपुलेशन के साथ साथ बीएसएफ का जो रोज़ अपने काम में तालमेल बना रहता है, इसको और सुदृढ़ करने के और बॉर्डर पॉपुलेशन के प्रति आम जनता को भी जागरूक करने के लिए इनके जीवन शैली क्या है और कैसे ये बॉर्डर की समस्याओं से जूझते हैं। सर कितने किलोमीटर की दौड़ है? ये मैराथन है 42 किलोमीटर के थोड़ा ऊपर है और इसी का एक हाफ मैराथन भी होता है 21 किलोमीटर के थोड़ा प्लस में है और बाकी 10 किलोमीटर का भी एक इवेंट भी है। इसका इनाम भी रखा गया है? हाँ, इवेंट का इनाम रखा गया है। अबव 40, बिलो 40, मेल फीमेल कैटेगरीज में। फुल मैराथन के लिए 1 लाख का इनाम है और इस प्रकार का ग्रेडेड इनाम है 5 लोगों के लिए और हाफ मैराथन के लिए 50,000 इनाम है, ग्रेडेड है। इसी प्रकार 10 किलोमीटर का भी दौड़ का भी इनाम है और व्यापक रूप से इसका प्रचार प्रसार किया गया कि लोग ज़्यादा से ज़्यादा इसमें पार्टिसिपेट करें। ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਦਰਦਨਾਕ ਸੜਕੀ ਹਾਦਸਾ ਪੇਸ਼ ਆਇਆ ਹੈ, ਜਿੱਥੋਂ ਇੱਕ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੂਤਰਾਂ ਮੁਤਾਬਿਕ ਤੇਜ਼ ਰਫ਼ਤਾਰ ਦੇ ਕਾਰਨ ਇਹ ਸੜਕੀ ਹਾਦਸਾ ਪੇਸ਼ ਆਇਆ। ਸੂਤਰਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਇੱਕ 11 ਸਾਲਾਂ ਦਾ ਬੱਚਾ ਵੀ ਸ਼ਾਮਿਲ ਸੀ। ਇਸ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਬੱਚਾ ਸੀ ਜੀ ਛੋਟਾ, ਮੇਰਾ ਭਤੀਜਾ ਸੀ, ਉਹਦੇ ਡੈਡੀ ਦੀ ਕੱਲ ਡੈਥ ਹੋਈ ਸੀ। ਉਹਦੇ ਦਰਦ ਹੋਣ ਲੱਗ ਗਿਆ ਬਾਹਲਾ, ਸਹਾਰਿਆ ਨਹੀਂ ਗਿਆ। ਮੇਰੀ ਘਰਾਂ ਵਾਲੀ ਸਰਬਜੀਤ ਕੌਰ, ਮੇਰਾ ਭਤੀਜਾ ਗੁਰਕੀਰਤਨ ਦਵਾਈ ਲੈਣ ਆ ਰਹੇ ਸੀ ਗੋਲੇ ਵਾਲੋਂ ਤੇ ਅੱਗੋਂ I-20 ਗੱਡੀ ਆਈ, ਉਹਨਾਂ ਨੇ ਚੱਕ ਕੇ ਫੇਟ ਮਾਰੀ। ਓਵਰਲੋਡ ਅਣਗਹਿਲੀ ਕਾਰਨ ਉਹਨਾਂ ਤਿੰਨਾਂ ਦੀ ਮੌਤ ਹੋ ਗਈ। ਦਵਾਈ ਕਿੱਥੇ ਲੈਣ ਜਾ ਰਹੇ ਸੀ? ਦਵਾਈ ਗੋਲੇ ਵਾਲੇ। ਸਰ ਐਕਸੀਡੈਂਟ ਹੋਇਆ ਕਿਸ ਤਰੀਕੇ ਦੇ ਵਾਪਰਿਆ? ਇਦਾਂ ਹੀ ਅੱਜ ਦੁਪਹਿਰੇ 1 ਵਜੇ ਆਪਣੇ ਗੋਲੇਵਾਲ ਤੇ ਗੋਲੇਵਾਲ ਜਿਹੜੀ ਚੌਂਕੀ ਹੈਗੀ ਇਹਦੇ ਕੋਲ ਇੱਕ ਮੇਨ ਸੜਕ ਤੇ ਪੈਟਰੋਲ ਪੰਪ ਹੈਗਾ, ਉੱਥੇ ਇੱਕ ਕਾਰ ਹੈ ਤੇ ਇੱਕ ਪਾਸੇ ਮੋਟਰਸਾਈਕਲ ਹੈ ਜਿੱਤੇ 3 ਜੀ ਜਾ ਰਹੇ ਸੀ ਤੇ ਕਾਰ ਵਾਲੇ ਨੇ ਮੋਟਰਸਾਈਕਲ ਵਾਲੇ 'ਚ ਟੱਕਰ ਮਾਰੀ, ਜਿਸ ਦੇ ਚੱਲਦੇ ਐਕਸੀਡੈਂਟ ਦੌਰਾਨ 3 ਜਾਣੇ ਜਿਹੜੇ ਹੈਗੇ ਮੋਟਰਸਾਈਕਲ ਤੇ ਤਿੰਨਾਂ ਦੀ ਡੈਥ ਹੋ ਗਈ ਹੈ। ਕਾਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਤੇ ਅਸੀਂ ਕਾਰ ਵਾਲੇ ਤੇ 304 ਦਾ FIR ਰਜਿਸਟਰ ਕੀਤੀ ਹੈ ਜੀ। ਸਰ ਕੁਝ ਪਤਾ ਲੱਗ ਸਕਦਾ ਕਿੱਥੋਂ ਦੇ ਰਹਿਣ ਵਾਲੇ ਸੀ? ਇੱਕੋ ਪਰਿਵਾਰ ਦੇ? ਇਦਾਂ ਹੈ ਜੀ ਕਿ ਜਿਹੜੇ ਤੇ ਮੋਟਰਸਾਈਕਲ ਵਾਲੇ ਸੀ ਉਹ ਆਪਣੇ ਗੋਲੇ ਵਾਲੇ ਚੌਂਕੀ 'ਚ ਹੀ ਪਿੰਡ ਪੈਂਦਾ ਜੀ, ਉੱਥੇ ਝਾੜੀਆਂ ਵਾਲੀ ਉੱਥੇ ਦਾ ਤਾਂ ਜਿਹੜਾ ਬੰਦਾ ਕਾਰ ਚਲਾ ਰਿਹਾ ਸੀ ਉਹਦਾ ਪਤਾ ਲੱਗ ਰਿਹਾ ਫਿਰੋਜ਼ਪੁਰ ਦਾ ਸੱਪਾਂ ਵਾਲੀ ਪਿੰਡ ਪੈਂਦਾ ਜੀ ਉੱਥੇ ਦਾ। ਬਾਕੀ ਅਜੇ ਵੈਰੀਫਾਈ ਕਰ ਰਹੇ। ਮਰਨ ਵਾਲੇ ਸਰ ਇੱਕੋ ਪਰਿਵਾਰ? ਇੱਕੋ ਪਰਿਵਾਰ ਦੇ ਕਹੇ ਜਾਂਦੇ ਨੇ ਹਜੇ, ਬਟ ਉਹ ਸਮਰਾਲਾ ਦੇ ਕਰਿਆਨਾ ਵਪਾਰੀ ਨਾਲ ਬੈਂਕ ਦੇ ਨਾਂ ਤੇ ਤਕਰੀਬਨ 1 ਲੱਖ ਰੁਪਏ ਦੀ ਠੱਗੀ ਵਪਾਰੀ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਇੱਕ ਫੋਨ ਆਇਆ ਸੀ ਜਿਸ ਵਿੱਚ ਉਸ ਨੂੰ ਉਸ ਦੇ ਬੈਂਕ ਕਾਰਡ ਦੇ ਬੰਦ ਹੋਣ ਬਾਰੇ ਕਿਹਾ ਗਿਆ। ਪਹਿਲਾਂ ਕਹਿੰਦੇ ਜੀ ਨਮਸਕਾਰ, ਮੈਂ ਕਿਹਾ ਜੀ ਨਮਸਕਾਰ। ਕਹਿੰਦੇ ਜੀ ਬੇਸ ਪ੍ਰਕਾਸ਼ ਬੋਲਦੇ ਆ ਜੀ, ਮੈਂ ਕਿਹਾ ਹਾਂਜੀ ਬੇਸ ਪ੍ਰਕਾਸ਼ ਬੋਲਦਾ ਜੀ। ਤੇ ਕਹਿੰਦੇ ਤੁਹਾਡਾ ਕ੍ਰੈਡਿਟ ਕਾਰਡ ਆ ਉਹ KYC ਕਰਾਓ ਨਹੀਂ ਤੁਹਾਡਾ ਕਾਰਡ ਬੰਦ ਹੋ ਜਾਣਾ ਹੈਗਾ। ਮੈਂ ਕਿਹਾ 4 ਮਹੀਨੇ ਹੋਏ ਨੇ ਅਜੇ ਮੇਰਾ ਨਵਾਂ ਕਾਰਡ ਆਏ ਨੂੰ। ਉਹ ਕਹਿੰਦਾ ਜੀ ਨਹੀਂ, ਕਹਿੰਦਾ ਤੁਹਾਡਾ ਬੰਦ ਹੋ ਜਾਣਾ, ਕਹਿੰਦਾ ਤੁਹਾਡਾ 3-4 ਵਾਰ ਪਹਿਲਾਂ ਵੀ ਬੰਦ ਹੋ ਚੁੱਕਿਆ ਹੈਗਾ। ਤੇ ਫਿਰ ਜੀ ਫਿਰ ਕੀ, ਫਿਰ ਅਸੀਂ ਬੈਂਕ ਕੋਲ ਗਏ, ਬੈਂਕ ਦੇ ਪਤਾ ਲੱਗਿਆ ਉੱਥੋਂ ਫਿਰ
ਸਟੇਟਮੈਂਟ ਕਢਾਈ ਵੀ ਉਹਨੇ 6 ਟ੍ਰਾਂਜੈਕਸ਼ਨਾਂ ਕੀਤੀਆਂ ਹੋਈਆਂ ਸੀਗੀਆਂ ਤੇ 14,000 ਦੀਆਂ 14,198 ਰੁਪਏ ਦੀਆਂ 5 ਕੀਤੀਆਂ, 19,867 ਰੁਪਏ 60 ਪੈਸੇ ਦੀ ਇੱਕ ਕੀਤੀ, ਯਾਨੀ 90,859 ਰੁਪਏ ਦੀ ਠੱਗੀ ਹੋਈ ਹੈ। ਇਹਦੀ ਕੋਈ ਕੰਪਲੇਂਟ ਕੀਤੀ ਹੈ ਜੀ? ਕੰਪਲੇਂਟ ਕੀਤੀ ਹੈ ਜੀ, ਬੈਂਕ ਨੂੰ ਕੀਤੀ ਹੈ, ਉਹਨਾਂ ਨੇ ਕਾਰਡ ਬਲੌਕ ਕਰਤਾ ਸੀ, ਪਰਸੋਂ ਕਾਰਡ ਬਲੌਕ ਕਰਤਾ ਸੀਗਾ ਤੇ ਅੱਜ ਅਸੀਂ ਥਾਣੇ ਗਏ ਸੀ, ਥਾਣੇ ਕਹਿੰਦੇ ਕ੍ਰਾਈਮ ਬ੍ਰਾਂਚ ਕੋਲ ਜਾਓ ਉੱਥੇ। 24 ਅਕਤੂਬਰ ਨੂੰ ਹਰਿਆਣਾ ਦੇ ਗਵਰਨਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜੋ ਖਦਸ਼ਾ ਸੀ ਸਾਨੂੰ ਉਹੀ ਹੋਇਆ। ਐਡਹੋਕ ਕਮੇਟੀ ਸਰਕਾਰ ਚੁਣੇਗੀ, 3 ਸਾਲ ਐਡਹੋਕ ਕਮੇਟੀ ਸਰਕਾਰ ਬਣਾਏਗੀ। ਦਾਦੂਵਾਲ ਝਿੰਡਾ ਨੂੰ ਬੇਨਤੀ ਹੈ ਕਿ ਹਾਲੇ ਕੁਝ ਵੀ ਨਹੀਂ ਵਿਗੜਿਆ, ਸਾਰਿਆਂ ਨੂੰ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਸ਼ਰਨ 'ਚ ਆਉਣ, ਹਰਿਆਣਾ ਦੇ ਨਾਲ ਜੱਦੋ ਜਹਿਦ ਨਹੀਂ ਹੋਣੀ ਚਾਹੀਦੀ। ਹਰਿਆਣਾ ਸਰਕਾਰ ਹਰਿਆਣਾ ਦੀ ਕਮੇਟੀ ਨੂੰ ਚਲਾਏਗੀ, ਸਰਕਾਰ ਤੁਰੰਤ ਵਾਪਸ ਲਵੇ ਨੋਟੀਫਿਕੇਸ਼ਨ। ਦੂਸਰੀ ਬੇਨਤੀ ਜਿਹੜੀ ਸਭ ਤੋਂ ਵੱਡੀ ਜਿਸ ਕਰਕੇ ਤੁਹਾਨੂੰ ਅੱਜ ਕਾਸਟ ਦਿੱਤਾ, ਇਹ 24 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਹੋਈ ਹਰਿਆਣਾ ਸਰਕਾਰ ਵੱਲੋਂ, ਗਵਰਨਰ ਵੱਲੋਂ। ਇਹਦੇ ਵਿੱਚ ਜਿਹੜਾ ਅਸੀਂ ਖਾਸਾ ਜ਼ਾਹਰ ਕਰਦੇ ਸੀ ਕਿ ਸਰਕਾਰ ਸਿੱਧੀ ਦਖਲਅੰਦਾਜ਼ੀ ਕਰ ਦਊਗੀ, ਉਹ ਇਹਦੇ ਵਿੱਚੋਂ ਬਿਲਕੁਲ ਪ੍ਰਤੱਖ ਨਜ਼ਰ ਆਉਂਦੀ ਆ। ਇਹਦੇ ਵਿੱਚ ਕੀਤਾ ਕਿ ਉਹਨਾਂ ਨੇ ਕਿ ਆਲ ਦਾ 41 ਮੈਂਬਰਸ ਸੋ ਨੋਮੀਨੇਟਡ ਬਾਈ ਦਾ ਗਵਰਨਮੈਂਟ ਸ਼ੈਲ ਇਲੈਕਟ ਦੇਅਰ ਪ੍ਰੈਜ਼ੀਡੈਂਟਸ, ਸੀਨੀਅਰ ਪ੍ਰੈਜ਼ੀਡੈਂਟ ਐਟਸੈਟਰਾ, ਜਿਹੜੇ ਉਹਨਾਂ ਨੇ ਇੱਕ ਵਿੱਚੋਂ ਰੱਖਿਆ। ਇਹ ਐਡਹੌਕ ਕਮੇਟੀ ਜਿਹੜੀ ਆ, ਇਹ ਸਰਕਾਰ ਨੇ ਨੋਮੀਨੇਟ ਕਰਨੀ ਆ, ਨਾ ਕਿ ਉੱਥੇ ਦੀ ਸੰਗਤ ਨੇ ਨੋਮੀਨੇਟ ਕਰਨੀ ਆ। ਇਹਦੇ ਵਿੱਚ ਇੱਕ ਹੋਰ ਗਾਹਾਂ ਫਰਦਰ ਹੋਰ ਪ੍ਰੋਵੀਜ਼ਨ ਪਾਤਾ, ਇਟ ਵਿਲ ਐਗਜ਼ਿਸਟ ਫਾਰ 18 ਮੰਥਸ। ਆਫਟਰ 18 months what will happen, provided further that if election under section 11 are not held within the period of 18 months, earlier ਜਿਹੜੇ 18 ਮਹੀਨੇ ਉਹਦੇ ਵਿੱਚ ਨਹੀਂ ਚੋਣ ਹੁੰਦੀ ਜਿਹੜੀ ਨੋਮੀਨੇਟ ਸਰਕਾਰ ਨੇ ਕਰਨੀ ਆ, ਫਿਰ ਇਹ ਨਿਊ ਐਡਹੌਕ ਕਮੇਟੀ ਸ਼ੈਲ ਬੀ ਨੋਮੀਨੇਟਡ ਬਾਈ ਦਾ ਗਵਰਨਮੈਂਟ ਫਾਰ ਏ ਫਰਦਰ ਪੀਰੀਅਡ ਆਫ 18 months, ਮੀਨਿੰਗ ਦੇਅਰ ਬਾਈ ਕਿ 3 ਸਾਲ ਦੀ ਜਿਹੜੀ ਉਹਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਇੱਕ ਦੇ ਦਿੱਤੀ ਆ ਵੀ ਜਿਹੜੀ ਐਡਹੌਕ ਕਮੇਟੀ ਉਹ ਸਰਕਾਰ ਬਣਾਊਗੀ। ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਇਹਦੇ ਵਿੱਚ ਪੈਰਾ ਨੰਬਰ 2 ਸਬਸੈਕਸ਼ਨ 2 ਦਾ ਪੈਰਾ ਨੰਬਰ 9 ਵਿਚ ਇਜ਼ ਮੋਸਟ ਇੰਪੋਰਟੈਂਟ, ਜਿਹੜਾ ਬਹੁਤ ਅਹਿਮ ਰੱਖਦਾ ਸਿੱਖਾਂ ਲਈ, ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰਦੇ। The government may nominate one of the members of the committee or the ad hoc committee as the case may be as patron। ਹੁਣ ਸਿੱਖਾਂ ਦੇ ਵਿੱਚ ਪੈਟਰਨ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸਾਡੀ ਸਰਪ੍ਰਸਤੀ ਕਰਦੇ ਆ, ਦੂਸਰੀ ਸਰਪ੍ਰਸਤੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਆ। ਮੈਂ ਨਿਮਰਤਾ ਸਹਿਤ ਦਾਦੂਵਾਲ ਸਾਹਿਬ, ਝਿੰਡਾ ਸਾਹਿਬ ਤੇ ਉਹਨਾਂ ਦੇ ਨਾਲ ਅਰੋੜਾ ਸਾਹਿਬ ਤੇ ਨਲਵੀ ਸਾਹਿਬ, ਉਹਨਾਂ ਨੂੰ ਬੇਨਤੀ ਕਰਦਾ, ਨੋਟੀਫਿਕੇਸ਼ਨ ਆ ਇਹ ਜੇ ਆਪਾਂ ਇਦਾਂ ਹੀ ਚਲਾਇਆ ਤੇ ਫਿਰ ਜਿੱਦਾਂ ਅੱਜ ਨੰਦੇੜ ਸਾਹਿਬ ਦਾ, ਅਬਚਲ ਨਗਰ ਨੰਦੇੜ ਦਾ ਚੱਲਦਾ ਤਖਤ, ਇਵੇਂ ਤੁਹਾਡੀ ਕਮੇਟੀ ਵੀ ਚੱਲੂਗੀ। ਇਸ ਗੱਲ ਦਾ ਸਾਨੂੰ ਖਾਸਾ ਸੀ, ਉਹ ਖਾਸਾ ਅੱਜ ਸਾਨੂੰ ਪ੍ਰਤੱਖ ਨਜ਼ਰ ਆ ਰਿਹਾ। ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ, ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ। ਮੈਂ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਸ੍ਰੀ ਅਕਾਲ ਤਖਤ ਦੀ ਸ਼ਰਨ ਵਿੱਚ ਆਵੋ, ਜੇ ਆਪਾਂ ਸ਼ਰਨ ਅਕਾਲ ਤਖਤ ਦੀ ਆਵਾਂਗੇ ਸਾਰੇ ਮਸਲੇ ਹੱਲ ਹੋ ਜਾਣਗੇ, ਤੇ ਜੇ ਆਪਾਂ ਨਾ ਆਏ, ਕਿਤੇ ਚੂਕ ਕਰ ਗਏ, ਤਾਂ ਫਿਰ ਇਤਿਹਾਸ ਨੇ ਸਾਨੂੰ ਮਾਫ ਨਹੀਂ ਕਰਨਾ। ਮੈਂ 1920 ਦਾ ਵੀ ਤੁਹਾਨੂੰ ਸਮਾਂ ਚੇਤੇ ਕਰਾਉਣਾ ਚਾਹੁੰਦਾ। ਉਸ 1920 ਦੇ ਸਮੇਂ ਵਿੱਚ ਸਰਕਾਰ ਨੇ ਕਮੇਟੀ ਨੋਮੀਨੇਟ ਕਰ ਦਿੱਤੀ, ਸਿੱਖਾਂ ਨੇ ਬਰਦਾਸ਼ਤ ਨਹੀਂ ਸੀ ਕੀਤੀ, ਭਾਵੇਂ ਐਡਹੌਕ ਕਮੇਟੀ ਆਪਣੀ ਬਣਾਈ ਸੀ। ਸੋ ਇਹ ਸਿੱਧਾ ਪ੍ਰਬੰਧ ਜਿਹੜਾ ਹਰਿਆਣਾ ਕਮੇਟੀ ਦਾ, ਉਹ ਹਰਿਆਣਾ ਸਰਕਾਰ ਦੇ ਹਿੱਸੇ 'ਚ ਚਲਿਆ ਜਾਣਾ। ਮੈਂ ਨਿਮਰਤਾ ਸਹਿਤ ਬਾਰ-ਬਾਰ ਇਸ ਕਰਕੇ ਬੇਨਤੀ ਕਰਦਾ, ਆਹ ਤਾਂ ਹੁਣ ਪ੍ਰਤੱਖ ਸਾਰਾ ਕੁਝ ਸਾਨੂੰ ਦਿਸ ਰਿਹਾ ਕਿ ਜਿਹਦੀ ਪੈਟਰਨ ਇੱਕ ਮਨੁੱਖ ਕਰੂਗਾ, ਤੇ ਸਾਡੇ ਦਾ ਪਵਿੱਤਰ ਸਿਧਾਂਤ ਜਿਹਦੇ ਤੇ ਅੱਜ ਆਪਾਂ ਖੜੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਸਿਧਾਂਤ ਨੂੰ ਮੱਧਮ ਪਾਉਣ ਦਾ ਅੱਜ ਕੋਝਾ ਯਤਨ ਜਿਹੜਾ ਆ ਇਹ ਹੋ ਰਿਹਾ। ਮੈਂ ਤੁਹਾਨੂੰ ਨਿਮਰਤਾ ਸਹਿਤ ਬਾਰ-ਬਾਰ ਫਿਰ ਬੇਨਤੀ ਕਰਦਾ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਆ ਜਾਓ। ਸਾਡੇ ਸਾਰੀ ਅਗਵਾਈ ਪੰਥ ਦੀ ਪ੍ਰਸਤੀ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਆ। ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇਸ ਘਟਨਾ ਨੂੰ ਲੈ ਕੇ ਪ੍ਰੈਸ ਕਲੱਬ ਫਿਰੋਜ਼ਪੁਰ ਪਹੁੰਚੇ ਪੀੜਤਾਂ ਨੇ ਦੱਸਿਆ ਕਿ ਬੀਤੇ ਦਿਨੀ ਕੁਝ ਲੋਕਾਂ ਵੱਲੋਂ ਉਹਨਾਂ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਤੇਜ਼ਧਾਰ
ਧਾਰ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਦੂਸਰੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਦਰ ਦੇ ਐਸਐਚਓ ਗੁਰਮੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਮਾਮਲੇ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆਏ। ਮੇਰਾ ਨਾਮ ਰਮੇਸ਼ ਹੈ, ਸਨ ਸ਼੍ਰੀ ਹਰੀਕਿਸ਼ਨ। ਇਹ ਦੁਕਾਨ ਚਾਚਾ ਜੀ ਦਸ਼ਾ ਜੀ ਦੇ ਨਾਂ ਤੇ ਹੈ ਤੇ ਇਹਨਾਂ ਦੇ ਇੱਕ ਮੁੰਡਾ, ਇਹਨਾਂ ਦਾ ਭਾਂਜਾ ਤੇ ਮੇਰੇ ਚਾਚਾ ਜੀ ਜਿਨ੍ਹਾਂ ਦੇ ਜਿਹੜੇ ਮਰ ਚੁੱਕੇ ਨੇ, ਉਹ ਸਾਰੇ ਦੁਕਾਨ ਸੰਭਾਲ ਰਹੇ ਸੀਗੇ ਤੇ ਮੇਰੀ ਚਾਚੀ ਜੀ ਨੇ ਉਹਦੇ ਤੇ ਜ਼ਬਰਦਸਤੀ ਕਬਜ਼ਾ ਕਰਨ ਲਈ ਮਨੋਜ ਕੁਮਾਰ, ਚਿੱਕੀ ਤੇ ਮਾਨਕ ਭੰਡਾਰੀ ਤੇ 3-4 ਅਣਪਛਾਤੇ ਬੰਦੇ ਵੀ ਸੀਗੇ ਤੇ ਚਾਚੀ ਜੀ ਦੇ ਜਿਹੜੇ ਪੇਕਿਆਂ ਦੇ ਹੈਗੇ ਨੇ ਫੈਮਿਲੀ ਮੈਂਬਰ, ਉਹ ਵੀ ਆ ਕੇ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਤਾਲੇ ਤੋੜੇ ਨੇ ਉੱਥੇ ਜਾ ਕੇ ਤੇ ਮੇਰਾ ਕਜ਼ਨ ਜਿਹੜਾ ਹਸਪੀਟਲ 'ਚ ਐਡਮਿਟ ਹੈ ਉਹਨੂੰ ਕੁੱਟਿਆ ਤੇ ਹੁਣ ਧਮਕੀਆਂ ਦੇ ਰਹੇ ਨੇ ਕਿ ਅੱਗੇ ਜੇ ਤੁਸੀਂ ਹੋਰ ਕੀਤਾ ਤੇ ਤੁਹਾਨੂੰ ਜਾਨੋਂ ਮਾਰ ਸਕਦੇ ਹਾਂ ਅਸੀਂ। ਤਾਂ ਇਹ ਵਾਰਦਾਤ ਹੋਈ ਕਿਉਂ, ਕੀ ਕਦੋਂ ਹੋਈ ਹੈ, ਤਾਂ ਜਿਹੜੀ ਵੀਡੀਓ ਵੀ ਤੁਹਾਡੇ ਕੋਲ ਸਾਹਮਣੇ ਆਈ ਹੈਗੀ, ਇਹ ਵਾਰਦਾਤ 14 ਅਕਤੂਬਰ ਨੂੰ ਹੋਈ ਸੀਗੀ ਜਦੋਂ ਦੁਕਾਨ ਖੁੱਲੀ ਹੋਈ ਸੀਗੀ। ਇਹਨਾਂ ਨੇ ਕੁਝ ਗੁੰਡਿਆਂ ਨਾਲ ਮਿਲ ਕੇ ਦੁਕਾਨ ਤੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਸੀਗੀ। ਫਿਰ 16 ਤਰੀਕ ਨੂੰ ਇਹ ਵਾਰਦਾਤ ਦੁਬਾਰਾ ਸ਼ਾਮ ਨੂੰ 6 ਵਜੇ ਹੋਈ, ਜਿੰਦੇ 'ਚ ਕੁਲਵੰਤ ਸਿੰਘ ਤੇ ਉਹਨਾਂ ਦੇ ਚੌਕੀ ਦੇ ਜਿਹੜੇ ਬੰਦੇ ਮਿਲੇ ਹੋਏ ਸੀਗੇ। ਉਹਨਾਂ ਨੇ ਸਾਜ਼ਿਸ਼ ਰਚੀ ਸਾਡੇ ਖਿਲਾਫ ਕਿ ਇਹਨਾਂ ਦੇ ਤਾਲੇ ਟੁੱਟਣ ਦੀ ਜਦੋਂ ਖਬਰ ਆਏਗੀ ਇਹ ਆਣਗੇ, ਉਹਨਾਂ ਨੂੰ ਕੁੱਟਾਂਗੇ ਤੇ ਜ਼ਬਰਦਸਤੀ ਤਾਲੇ ਤੋੜ ਕੇ ਕਬਜ਼ਾ ਮਨੋਜੇ ਤੇ ਆਰਤੀ ਨੂੰ ਦਿਲਾਇਆ ਜਾਏਗਾ, ਜਿਹੜੇ ਕਿ ਮੁੱਖ ਦੋਸ਼ੀ ਪਰਸਨ ਨੇ। ਉਹਦੇ ਵੀਡੀਓ ਦੇ ਵਿੱਚ ਕੀ ਹੈ, ਕਾਪੇ ਕੋਈ ਮਾਰੇ ਹੈ, ਉਹਦੀ ਵੀਡੀਓ ਵੀ ਹੈ? ਵੀਡੀਓ ਵਿੱਚ ਵਿਨੇ ਕੁਮਾਰ ਜਿਹੜਾ ਦਸ਼ਰਥ ਦਾ ਮੁੰਡਾ ਜਿਹੜੇ ਹਸਪੀਟਲ 'ਚ ਐਡਮਿਟ ਨੇ, ਉਹਨਾਂ ਉੱਤੇ ਕਾਪੇ ਬੇਸਬਾਲ ਲੈ ਕੇ ਹਥਿਆਰਾਂ ਨਾਲ ਕੋਸ਼ਿਸ਼ ਕੀਤੀ ਗਈ ਮਾਰਨ ਨੂੰ, ਅਟੈਂਪਟ ਟੂ ਮਰਡਰ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਮਾਰਾਂਗੇ ਤੇ ਡਰ ਕੇ ਦੁਬਾਰਾ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕਰਨਗੇ। ਇਸ ਨੂੰ ਲੈ ਕੇ ਤੁਸੀਂ ਪੁਲਿਸ ਅਧਿਕਾਰੀ ਕੋਲ ਗਏ, ਕਿਸੇ ਤੋਂ? ਮੈਂ ਐਸਐਸਪੀ ਕੋਲ ਵੀ ਪੇਸ਼ ਹੋਇਆ ਤੇ ਬਾਰੇ ਕੇ ਥਾਣੇ ਚੌਕੀ ਦੇ ਜਿਹੜੇ ਕੁਲਵੰਤ ਸਿੰਘ ਸੀ ਉਹਨਾਂ ਨੂੰ ਵੀ ਮਿਲਿਆ ਤੇ ਉਹਨਾਂ ਨੇ ਮੇਰੀ ਦਰਖਾਸਤ ਲੈਣ ਤੋਂ ਮਨਾ ਕਰ ਦਿੱਤਾ ਸੀ ਕਿ ਫਿਰ ਮੈਂ ਰਜਿਸਟਰ ਪੋਸਟ ਰਾਹੀਂ ਉਹਨਾਂ ਨੂੰ ਸਦਰ ਥਾਣੇ ਵੀ ਭੇਜੀ ਹੈ ਤੇ ਕੁਲਵੰਤ ਸਿੰਘ ਬਾਰੇ ਕੇ ਵੀ ਭੇਜੀ ਹੈ। ਉਹ ਰਿਪੋਰਟ ਉੱਥੇ ਪਹੁੰਚ ਚੁੱਕੀ ਹੈ, ਮੈਨੂੰ ਉੱਥੇ ਮੈਂ ਆਨਲਾਈਨ ਚੈੱਕ ਵੀ ਕਰ ਲਿਆ ਤੇ ਉਹਨਾਂ ਨੇ ਰਿਸੀਵ ਵੀ ਕਰ ਲਈ ਹੈ, ਬਟ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਕੁਲਵੰਤ ਸਿੰਘ ਨੇ ਮੇਰੇ ਤੋਂ ਡਿਮਾਂਡ ਕੀਤੀ 50,000 ਦੀ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।